ਸਤਿ ਸ਼੍ਰੀ ਅਕਾਲ ਜੀ। ਮੈਂ ਕੁਲਵਿੰਦਰ ਸਿੰਘ ਛਲੇੜੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਖਬਰਾਂ ਦੇ ਉੱਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ, ਪਹਿਲਾਂ ਤੁਹਾਨੂੰ ਉਹ ਦੱਸ ਦਿੰਦੇ ਹਾਂ ਕਿ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਸਰਕਾਰ ਅਤੇ ਕੇਜਰੀਵਾਲ ਜਿਹੜੇ ਨੇ ਉਹ ਦਾਅਵਾ ਠੋਕ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਤੇ ਅੱਗੇ ਤੋਂ ਪਹਿਲਾਂ ਨਾਲੋਂ ਜਿਹੜੀ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੇ ਉੱਤੇ ਨੱਥ ਪਈ ਹੈ। ਤੇ ਕੀ ਰਿਪੋਰਟ ਜਿਹੜੀ ਉਹਨਾਂ ਦੇ ਹੱਥ ਲੱਗੀ ਹੈ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਕਿ ਗਰਾਊਂਡ ਦੇ ਉੱਤੇ ਜੇ ਉਹ ਕੁਝ ਆਖ ਰਹੇ ਨੇ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ, ਕੀ ਸੱਚਮੁੱਚ ਗਰਾਊਂਡ ਦੇ ਉੱਤੇ ਰਿਐਲਿਟੀ ਉਹੀ ਹੈ ਜਾਂ ਕੁਝ ਹੋਰ ਹੈ। ਸਾਰੀ ਗੱਲਾਂ ਦੇ ਉੱਤੇ ਚਰਚਾ ਕਰਾਂਗੇ। ਤੇ ਨਾਲ ਹੀ ਜਿਹੜੀ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬੀਜੇਪੀ ਜਿਹੜੀ ਆ ਉਹ ਚੜ੍ਹਦੀ ਆਉਂਦੀ ਦਿਖਾਈ ਦੇ ਰਹੀ ਆ, ਵੱਡੇ ਵੱਡੇ ਸਿੱਖ ਚਿਹਰੇ ਜਿਹੜੇ ਆ ਹੋਰਾਂ ਪਾਰਟੀਆਂ ਤੋਂ ਉਹ ਸ਼ਾਮਲ ਜਿਹੜੇ ਆ ਉਹ ਕੀਤੇ ਜਾ ਰਹੇ ਨੇ। ਕੀ ਉਸ ਦਾ ਅਸਰ ਜਿਹੜਾ ਪੰਜਾਬ ਦੇ ਵਿੱਚ, ਕੀ ਭਾਜਪਾ ਜੋ ਉਹਨਾਂ ਦਾ ਮਕਸਦ ਹੈਗਾ ਉਸ ਦੇ ਪਿੱਛੇ ਉਹਦੇ ਲਈ ਸਫਲ ਹੋ ਸਕੇਗੀ? ਕੀ ਭਾਜਪਾ ਜਿਹੜੀ ਆ 2022 ਦੇ ਵਿੱਚ, 2024 ਦੇ ਵਿੱਚ ਤੇ ਜਾਂ 2027 ਦੇ ਵਿੱਚ ਪੰਜਾਬ ਦੇ ਵਿੱਚੋਂ ਜਿੱਤ ਸਕੇਗੀ ਜਾਂ ਨਹੀਂ ਜਿੱਤ ਸਕੇਗੀ? ਉਹਨਾਂ ਦੇ ਜੋ ਜਿਸ ਤਰ੍ਹਾਂ ਦੀ ਪਾਲਿਸੀ ਜਿਹੜੀ ਆ ਵਰਤੀ ਜਾ ਰਹੀ ਹੈ, ਕੀ ਉਹ ਕਾਮਯਾਬ ਹੋਵੇਗੀ ਜਾਂ ਨਹੀਂ, ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਨਾਲ ਹੀ ਜਿਹੜੀ ਹੈ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਨੂੰ ਬਿਕਰਮਜੀਤ ਸਿੰਘ ਮਜੀਠੀਆ ਇੱਕ ਪਾਸੇ ਜਿਹੜੇ ਆ ਉਹ ਲਗਾਤਾਰ ਰੇਤ ਮਾਫੀਆ ਨੂੰ ਲੈ ਕੇ ਘੇਰਦੇ ਆ ਰਹੇ ਨੇ ਤੇ ਕਤਲ ਤੱਕ ਜਿਹੜੇ ਆ ਉਹ ਪੰਜਾਬ ਦੇ ਵਿੱਚ ਹੋ ਰਹੇ ਨੇ ਰੇਤ ਮਾਫੀਆ ਦੇ ਵੱਲੋਂ। ਪਰ ਦੂਜੇ ਪਾਸੇ ਮੁੱਖ ਵਿਰੋਧੀ ਧਿਰ ਹੈ ਉਸਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਰਾਜਾ ਵੜਿੰਗ, ਉਹਨਾਂ ਦੇ ਕੀ ਕੁਝ ਸੁਰ ਨੇ ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਸਾਡੇ ਨਾਲ ਜਿਹੜੇ ਆ ਉਹ ਮੌਜੂਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਐਸਪੀ ਸਿੰਘ। ਐਸਪੀ ਸਰ, ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਸਰ, ਜਿਸ ਤਰ੍ਹਾਂ ਦੇ ਜਿਹੜੇ ਆ ਉਹ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ, ਭਗਵੰਤ ਮਾਨ ਹੋਣ, ਕੇਜਰੀਵਾਲ ਸਾਹਿਬ ਹੋਣ, ਉਹਨਾਂ ਦਾ ਦਾਅਵਾ ਹੈ, ਉਹਨਾਂ ਦੇ ਹੱਥ ਇੱਕ ਰਿਪੋਰਟ ਲੱਗੀ ਹੈ, ਕੀ ਹੈ ਉਹ ਰਿਪੋਰਟ ਉਹ ਵੀ ਸਾਨੂੰ ਦੱਸ ਦਿਓ। ਤੇ ਨਾਲ ਹੀ ਉਹਨਾਂ ਦਾ ਦਾਅਵਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਪਹਿਲਾਂ ਨਾਲੋਂ ਸੁਧਰ ਚੁੱਕੀ ਹੈ। ਪਰ ਪੰਜਾਬ ਦੇ ਵਿੱਚ ਕੀ ਗਰਾਊਂਡ ਲੈਵਲ ਦੇ ਉੱਤੇ ਜਿਹੜੀ ਆ ਉਹ ਵਾਕਿਆ ਦੇ ਵਿੱਚ ਹੀ ਕਾਨੂੰਨ ਵਿਵਸਥਾ ਸੁਧਰੀ ਆ ਜਾਂ ਨਹੀਂ? ਤੇ ਨਾਲ ਹੀ ਉਹਨਾਂ ਦਾ ਦਾਅਵਾ ਹੈ ਕਿ ਪੰਜਾਬ ਦੇ ਵਿੱਚ ਮੈਡੀਕਲ ਨਸ਼ੇ ਜਿਹੜੇ ਆ ਉਹਨਾਂ ਦੇ ਉੱਤੇ ਨੱਥ ਪਈ ਆ, ਭਾਵ ਪੰਜਾਬ ਦੇ ਵਿੱਚ ਮੈਡੀਕਲ ਨਸ਼ੇ ਜਿਹੜੇ ਆ ਉਹ ਅੱਗੇ ਨਾਲੋਂ ਘਟੇ ਨੇ। ਕਿਵੇਂ ਦੀ ਆ? ਪਰ ਗਰਾਊਂਡ ਰਿਐਲਿਟੀ ਕਿਵੇਂ ਆ ਉਹਦੇ ਉੱਤੇ ਸਾਨੂੰ ਇੱਕ ਵਾਰ ਜਿਹੜੀ ਆ ਦਰਸ਼ਕਾਂ ਨੂੰ ਜ਼ਰੂਰ ਜਿਹੜੀ ਆ ਉਹ ਨਿਗਾਹ ਮਰਵਾ ਦਿਓ। ਤੇ ਨਾਲ ਹੀ ਕੀ ਕੁਝ ਉਹਨਾਂ ਦੇ ਹੱਥ ਲੱਗਿਆ ਜਿਸ ਦੇ ਕਰਕੇ ਉਹ ਦਾਅਵੇ ਜਿਹੜੇ ਆ ਜਿਹੇ ਠੋਕ ਰਹੀ ਆ। ਦੇਖੋ, ਜਿਹੜੀ ਸਿਚੁਏਸ਼ਨ ਜਿਹੜੀ ਹੈ ਇਸ ਵੇਲੇ ਬਣੀ ਹੋਈ ਹੈ, ਇੱਕ ਗੱਲ ਤੇ ਮੰਨਣ ਵਾਲੀ ਜ਼ਰੂਰ ਹੈ ਕਿ ਜਿਹੜਾ ਦਬਦਬਾ ਜਿਹੜਾ ਹੈ ਉਹ ਕ੍ਰਾਈਮ ਦੇ ਅਗੇਂਸਟ, ਨਸ਼ਿਆਂ ਦੇ ਅਗੇਂਸਟ ਸਰਕਾਰ ਵੱਲੋਂ ਲਗਾਤਾਰ ਜਿਹੜਾ ਉਹ ਵਧਾਇਆ ਜਾ ਰਿਹਾ ਹੈ ਔਰ ਉਹਦਾ ਇੱਕ ਇੰਪੈਕਟ ਜਿਹੜਾ ਆਮ ਲੋਕਾਂ ਤੱਕ ਜਿਹੜਾ ਉਹ ਮਹਿਸੂਸ ਹੋ ਰਿਹਾ। ਇਹ ਗੱਲ ਨਹੀਂ ਅਸੀਂ ਕਹਿ ਸਕਦੇ ਕਿ ਇਹਦੇ ਵਿੱਚ ਪੁਲਿਸ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਉਹ ਹੱਥ ਤੇ ਹੱਥ ਧਰੀ ਬੈਠੀ ਹੈ ਜਾਂ ਕ੍ਰਾਈਮ ਜਿਹੜਾ ਉਹ ਵੱਧ ਰਿਹਾ। ਕ੍ਰਾਈਮ ਘਟਣ ਦਾ ਜਿਹੜਾ ਇੱਕ ਆਪਣੇ ਆਪ 'ਚ ਵੱਡੀ ਪ੍ਰਕਿਰਿਆ ਹੁੰਦੀ ਹੈ ਔਰ ਉਹ ਪ੍ਰਕਿਰਿਆ ਜਿਹੜੀ ਹੈ ਉਹਦੇ 'ਚ ਆਪਣੇ ਆਪ ਵਿੱਚ ਸਮਾਂ ਵੀ ਲੱਗਦਾ ਹੈ ਔਰ ਸਿਸਟਮ ਨੂੰ ਸੁਧਾਰਨ ਦੇ ਵਿੱਚ ਜਿਹੜਾ ਹੈ ਬੜਾ ਕੁਝ ਜਿਹੜਾ ਉਹ ਕਰਨਾ ਪੈਂਦਾ ਹੈ। ਅਸੀਂ ਇਹ ਮੰਨ ਕੇ ਚੱਲੀਏ ਕਿ ਸਰਕਾਰ ਵੱਲੋਂ ਇਸ ਪਾਸੇ ਇੱਕ ਸੁਚਾਰੂ, ਇੱਕ ਠੋਸ ਕਦਮ ਜਿਹੜਾ ਚੁੱਕਿਆ ਜਾ ਰਿਹਾ ਹੈ। ਜਿੱਥੋਂ ਤੱਕ ਜਿਹੜਾ ਨੇ ਉਹ ਕ੍ਰਾਈਮ ਘਟਣ ਦੀ ਗੱਲ ਹੈ, ਅਜੇ ਤੱਕ ਆਮ ਲੋਕਾਂ ਨੂੰ ਰਿਲੀਫ ਨਹੀਂ ਮਿਲਿਆ, ਮਹਿਸੂਸ ਹੁੰਦਾ, ਲੋਕ ਨਹੀਂ ਮਹਿਸੂਸ ਕਰ ਰਹੇ ਕਿਉਂਕਿ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹ ਘਟਨਾਵਾਂ ਜਿਹੜੀਆਂ ਨੇ ਉਹ ਵੱਡੇ ਕ੍ਰਾਈਮ ਦੇ ਨਾਲੋਂ ਛੋਟੇ ਕ੍ਰਾਈਮ 'ਚ ਜ਼ਿਆਦਾ ਵੱਧ ਗਈਆਂ ਨੇ, ਜਿਹਦੇ ਨਾਲ ਆਮ ਲੋਕ ਜਿਹੜੇ ਨੇ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਦੇਰ ਸਵੇਰ ਸੜਕਾਂ ਜਿਹੜੀਆਂ ਨੇ ਸੁਰੱਖਿਅਤ ਨਹੀਂ, ਦੇਰ ਸਵੇਰ ਘਰ 'ਚ ਸੁੱਤਾ, ਪਿੰਡ ਵਿੱਚ ਜਾਂ ਸ਼ਹਿਰ ਦੇ ਵਿੱਚ ਵਿਅਕਤੀ ਜਿਹੜਾ ਉਹ ਸੁਰੱਖਿਅਤ ਨਹੀਂ ਹੈ। ਨਸ਼ਾ ਜਿਹੜਾ ਹੈ ਅਜੇ ਵੀ ਲੋਕਾਂ ਦੇ ਵਿੱਚ ਹੈ। ਇਹ ਵੱਖਰੀ ਗੱਲ ਹੈ ਕਿ ਨਸ਼ਾ ਰੱਖੋ ਕਦੀ ਖਤਮ ਨਹੀਂ ਹੋ ਸਕਦਾ। ਇੰਟਰਨੈਸ਼ਨਲ ਨੈਕਸਸ ਹੁੰਦੇ ਨੇ, ਨੈਸ਼ਨਲ ਨੈਕਸਸ ਹੁੰਦੇ ਨੇ, ਸਟੇਟ ਲੈਵਲ ਦੇ ਉੱਤੇ ਹੁੰਦੇ ਨੇ, ਪਿੰਡ ਦੀ ਪੱਧਰ ਦੇ ਉੱਤੇ ਵੀ ਹੁੰਦੇ ਨੇ। ਲੇਕਿਨ ਸਾਡੇ ਪਿੰਡਾਂ ਦੇ ਲੋਕ, ਸ਼ਹਿਰ ਦੇ ਲੋਕ ਕੁਝ ਸੁਚੇਤ ਹੋ ਗਏ ਨੇ, ਜਿਸ ਕਰਕੇ ਨਸ਼ੇ ਦਾ ਵੇਚਣਾ ਥੋੜ੍ਹਾ ਜਿਹਾ ਉਹ ਘੱਟ ਹੋ ਗਿਆ। ਜਿੱਥੋਂ ਤੱਕ ਫਿਗਰਸ ਨੇ, ਫਿਗਰਸ ਜਿਹੜੇ ਨੇ ਮੈਨੀਪੂਲੇਟਡ ਵੀ ਹੋ ਸਕਦੇ ਨੇ, ਲੇਕਿਨ ਇਸ ਗੱਲ ਨੂੰ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਵੱਲੋਂ, ਪੁਲਿਸ ਵੱਲੋਂ ਇੱਕ ਪ੍ਰੈਸ਼ਰ ਜਿਹੜਾ ਜ਼ਰੂਰ ਹੈ। ਤੇ ਇਹ ਵੀ ਆਮ ਜਿਹੜਾ ਵੇਚਣ ਵਾਲਾ ਨਸ਼ਾ ਜਾਂ ਨਸ਼ਾ ਲਿਆਉਣ ਵਾਲਾ ਜਿਹੜਾ ਹੈ ਉਹਨੂੰ ਇਹ ਲੱਗਦਾ ਜ਼ਰੂਰ ਹੈ ਕਿ ਜੇ ਜਦੋਂ ਵੀ ਕਿਤੇ ਅਸੀਂ ਪਕੜੇ ਗਏ ਤੇ ਸਾਨੂੰ ਕੋਈ ਪਹਿਲਾ ਵਕਤ ਜਿਹੜਾ ਹੈ ਸਾਡਾ ਕੋਈ ਮਾਈ ਬਾਪ ਨਹੀਂ ਜਿਹੜਾ ਸਾਨੂੰ ਜਿਹੜਾ ਬਚਾ ਸਕੇ। ਇਸ ਕਰਕੇ ਅਸੀਂ ਇੰਨਾ ਕਹਿ ਸਕਦੇ ਹਾਂ ਕਿ ਨਸ਼ੇ ਲਈ, ਕ੍ਰਾਈਮ ਲਈ ਇੱਕ ਆਮ ਲੋਕਾਂ ਵਿੱਚ ਪ੍ਰਭਾਵ ਹੈ। ਸਰਕਾਰ ਯਤਨ ਕਰ ਰਹੀ ਹੈ। ਨਤੀਜੇ ਕੀ ਨੇ ਉਹ ਫਿਗਰ 'ਚੋਂ ਨਹੀਂ ਲਿਆ ਜਾ ਸਕਦਾ। ਫਿਗਰ ਤੇ ਜਿਹੜੀਆਂ ਨੇ ਆਪਣੀ ਮਰਜ਼ੀ ਦੀਆਂ ਜਿਹੜੀਆਂ ਨੇ ਉਹ ਅਫਸਰਸ਼ਾਹੀ ਵੀ ਤੇ ਦੂਜੇ ਲੋਕ ਵੀ ਜਿਹੜੇ ਨੇ ਬਣਾ ਦਿੰਦੇ ਨੇ, ਉਹ ਉੱਥੋਂ ਤੱਕ ਹੀ ਰਹਿਣਾ ਚਾਹੀਦਾ।
ਜੀ ਬਿਲਕੁਲ, ਜਿਸ ਤਰ੍ਹਾਂ ਹਾਂਜੀ ਡਾਕਟਰ ਸਾਹਿਬ ਤੁਸੀਂ ਦੱਸਿਆ ਹੈ ਕਿ ਸਰਕਾਰ ਯਤਨ ਕਰਨ ਲੱਗੀ ਹੈ, ਸਰਕਾਰ ਦੇ ਉੱਤੇ ਪ੍ਰੈਸ਼ਰ ਜਿਹੜਾ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਵੱਡੇ ਜਿਹੜੇ ਕਤਲਨਾਮੀ ਚਿਹਰਿਆਂ ਦੇ ਕਤਲ ਹੋਏ, ਤੇ ਜਾਂ ਜਿਸ ਤਰ੍ਹਾਂ ਦੀਆਂ ਐਕਸਟੋਂਸ਼ਨ ਦੀਆਂ ਖਬਰਾਂ ਜਿਹੜੀਆਂ ਨੇ, ਉਹ ਫਰੋਤੀ ਮੰਗਣ ਦੀਆਂ ਖਬਰਾਂ ਜਿਹੜੀਆਂ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ, ਇੰਡਸਟਰੀਲਿਸਟ ਨੂੰ ਜਿਹੜੇ ਫੋਨ ਆਉਣ ਤੋਂ ਬਾਅਦ ਜਿਹੜਾ ਪ੍ਰੈਸ਼ਰ ਬਿਲਕੁਲ ਜਿਹੜਾ ਤੁਹਾਡੇ ਕਹੇ ਅਨੁਸਾਰ ਜਿਹੜਾ ਹੈ ਉਹ ਬਿਲਕੁਲ ਸਰਕਾਰ ਦੇ ਉੱਤੇ ਵਧਿਆ। ਤਾਂ ਡਾਕਟਰ ਸਾਹਿਬ ਅਗਲੀ ਖਬਰ ਹੈ ਜੀ, ਆਪਾਂ ਪੰਜਾਬ ਦਾ ਇੱਕ ਵੱਡਾ ਮੁੱਦਾ ਹੈ ਕਿ ਪੰਜਾਬ ਦੇ ਸਿੱਖ ਚਿਹਰੇ ਜਿਹੜੇ ਨੇ, ਜੋ ਹੁਣ ਤੱਕ ਸਿੱਖ ਚਿਹਰੇ ਕਹੇ ਜਾਂਦੇ ਨੇ, ਪੱਗਾਂ ਵਾਲੇ ਚਿਹਰੇ ਨੇ ਖਾਸ ਕਰਕੇ, ਉਹ ਜਿਹੜੇ ਆ ਭਾਜਪਾ ਦੇ ਵਿੱਚ ਲਗਾਤਾਰ ਜਿਹੜੇ ਆ ਸ਼ਾਮਲ ਹੋ ਰਹੇ ਨੇ। ਕੀ ਲੱਗਦਾ ਹੈ ਕਿ 2024 ਦੇ ਵਿੱਚ ਤੇ ਜਾਂ ਉਸ ਤੋਂ ਵੀ ਲੰਬੀ ਤਿਆਰੀ ਭਾਜਪਾ ਖਿੱਚ ਰਹੀ ਆ 2027 ਤੱਕ ਦੀ, ਕਿਵੇਂ ਦੇਖਦੇ ਹੋਗੇ? ਕੀ ਪੰਜਾਬ ਦੇ ਵਿੱਚ ਦੇਖੋ, ਇੱਕ ਸਫਲ ਗੱਲ ਹੋ ਸਕੇਗੀ ਭਾਜਪਾ? ਤੁਸੀਂ ਇੱਕ ਗੱਲ ਬੜੀ ਵਧੀਆ ਕੀਤੀ ਹੈ ਕਿ ਸਿੱਖ ਚਿਹਰੇ ਤੇ ਇੱਕ ਜਿਹੜਾ ਹੈ ਉਹ ਪਗੜੀਧਾਰੀ ਸਿੱਖ ਚਿਹਰਾ ਹੈ। ਜੀ ਜਿਹੜਾ ਤੇ ਸਿੱਖ ਚਿਹਰਾ ਸਿੱਖੀ ਦੇ ਨਾਲ ਤੇ ਸਿੱਖੀ ਭਾਵਨਾ ਦੇ ਨਾਲ ਜੁੜਿਆ, ਜਿਹੜਾ ਸਮਾਜ ਦੇ ਉੱਤੇ ਜਿਹੜਾ ਪ੍ਰਭਾਵ ਹੈ ਉਹ ਹੈ ਸਿੱਖੀ ਚਿਹਰਾ। ਜੀ ਇੱਕ ਹੈ ਪਗੜੀਧਾਰੀ ਸਿੱਖ ਕੇ, ਉਹ ਜਿਹੜਾ ਚਿਹਰਾ ਜਿਹੜਾ ਹੈ ਉਹ ਇੱਕ ਵੱਖਰੀ ਤਰ੍ਹਾਂ ਦਾ ਉਹ ਮੰਨਿਆ ਜਾਂਦਾ ਹੈ। ਇਸ ਵੇਲੇ ਜਿਹੜੇ ਲੋਕ ਵੀ ਬੀਜੇਪੀ ਜਿਹੜੇ ਨੇ ਉਹ ਸ਼ਾਮਲ ਕਰ ਰਹੇ, ਉਹ ਜੇ ਅਸੀਂ ਉਵੇਂ ਕਹੀਏ ਕਿ ਉਹ ਬਹੁਤੇ ਉਹਨਾਂ ਦੇ ਵਿੱਚੋਂ ਜਿਹੜੇ ਨੇ ਉਹ ਚੱਲੇ ਕਾਰਤੂਸ ਨੇ, ਕਿ ਉਹ ਨੇ ਜਿਹੜੇ ਰਾਜਨੀਤੀ ਦੇ ਵਿੱਚ ਆਪਣੇ ਆਪਣੇ ਥਾਂ ਦੇ ਉੱਤੇ ਕੋਈ ਪ੍ਰਭਾਵ ਜਿਹੜਾ ਬਹੁਤਾ ਨਹੀਂ ਰੱਖਦੇ, ਨਾ ਹੀ ਉਹ ਆਪਣੀ ਜਿਹੜੀ ਹੈ ਕੋਈ ਬਹੁਤੀ ਫੋਲੋਇੰਗ ਰੱਖਦੇ ਨੇ, ਜਿਹੜਾ ਉਹ ਬਹੁਤ ਵੱਡਾ ਜਿਹੜਾ ਉਹ ਪ੍ਰਭਾਵ ਜਿਹੜਾ ਉਹ ਪੈਂਦਾ ਹੈ। ਅਸੀਂ ਇਹ ਵੀ ਮੰਨ ਕੇ ਚੱਲੀਏ ਕਿ ਇਹ ਜਿਹੜੇ ਚੀਜ਼ਾਂ ਨੇ, ਇਹਨਾਂ ਚੋਂ ਲੋਕਾਂ ਨੂੰ, ਆਮ ਸਿੱਖ ਨੂੰ ਇਹ ਲੱਗਦਾ ਹੈ ਕਿ ਜਾਂ ਇਹ ਈਡੀ ਦਾ ਪ੍ਰਭਾਵ ਹੈ, ਜਾਂ ਇਹ ਜਿਹੜਾ CBI ਦਾ ਪ੍ਰਭਾਵ ਹੈ, ਤੇ ਜਾਂ ਇਹਦੇ ਪਿੱਛੇ ਜਿਹੜੀ ਹੈ ਉਹਨਾਂ ਦੀ ਆਪਣੀ ਪਾਰਟੀ ਦੀ ਅੰਦਰੂਨੀ ਜਿਹੜੀ ਲੜਾਈ ਹੈ ਉਹੀ ਜਿਹੜੀ ਹੈ ਉਹ ਸਾਹਮਣੇ ਜਿਹੜੀ ਹੈ ਆਉਂਦੀ ਹੈ, ਜਿਸ ਕਰਕੇ ਉਹ ਪਾਰਟੀ ਜਿਹੜੀ ਹੈ ਸ਼ਿਫਟ ਕਰ ਰਹੇ ਨੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਔਰ ਉਹਨਾਂ ਦਾ ਸਾਰਾ ਪਰਿਵਾਰ, ਫਿਰ ਉਹਨਾਂ ਦੇ ਜਿਹੜੇ ਨਾਲ ਲੱਗੇ ਉਹਨਾਂ ਦੇ ਦੋਸਤ ਸਨ, ਉਹਨਾਂ ਸਾਰਿਆਂ ਦੇ ਆਉਣ ਦੇ ਪਿੱਛੇ ਹਮੇਸ਼ਾ ਹੀ ਈਡੀ ਜਿਹੜੀ ਹੈ ਉਹ ਸਾਹਮਣੇ ਆ ਜਾਂਦੀ ਹੈ। ਦੂਜੀ ਗੱਲ ਇਹ ਹੋਈ ਹੈ ਕਿ ਜਿਹੜੇ ਕੋਈ ਚਿਹਰੇ ਆਏ ਵੀ ਨੇ, ਇਹਨਾਂ ਦਾ ਥੋੜ੍ਹਾ ਬਹੁਤਾ ਪ੍ਰਭਾਵ ਜਿਹੜਾ ਸਮਾਜ 'ਤੇ ਹੈ ਸੀ ਔਰ ਪਾਰਟੀ ਦੇ ਉੱਤੇ ਉਹਨੂੰ ਬੈਨੀਫਿਟ ਹੋ ਸਕਦਾ ਸੀ, ਉਹ ਸਾਰਿਆਂ ਨੂੰ ਜਿਹੜੇ ਛੋਟੇ ਛੋਟੇ ਲਾਲਚ ਦੇ ਕੇ ਲਿਆਂਦੇ ਸਨ, ਉਹ ਲਾਲਚ ਜਿਹੜੇ ਨੇ ਉਹ ਪੂਰੇ ਨਹੀਂ ਹੋ ਰਹੇ। ਪਿੱਛੇ ਇੰਨੇ ਗਵਰਨਰ ਲੱਗੇ, ਇੰਨੀਆਂ ਅਪਾਇੰਟਮੈਂਟਸ ਹੋਈਆਂ ਸੈਂਟਰ ਸਰਕਾਰ ਵੱਲੋਂ, ਲੇਕਿਨ ਉਹਦੇ ਵਿੱਚ ਇੱਕ ਵੀ ਸਿੱਖ ਚਿਹਰਾ ਜਿਹੜਾ ਉਹ ਸ਼ਾਮਲ ਨਹੀਂ ਕੀਤਾ ਗਿਆ। ਇਹ ਪੰਜਾਬ ਦੇ ਵਿੱਚ ਨਹੀਂ, ਭਾਰਤ ਦੇ ਵਿੱਚ ਜਿਹੜੇ ਗਵਰਨਰ ਸਿੱਖ ਲੱਗਦੇ ਸਨ, ਅੰਬੈਸਡਰ ਸਿੱਖ ਲੱਗਦੇ ਸਨ, ਪ੍ਰੋਮੀਨੈਂਟ ਪੋਜੀਸ਼ਨ ਦੇ ਉੱਤੇ ਸਿੱਖ ਲੱਗਦੇ ਸਨ, ਉਹ ਸਿੱਖ ਅਜੇ ਵੀ, ਬਾਕੀ ਜਿਹੜੇ ਨਵੇਂ BJP ਸ਼ਾਮਲ ਹੋਏ ਨੇ ਉਹਨਾਂ ਨੂੰ ਸ਼ਾਮਲ ਕਰ ਲਿਆ ਜਾਏ ਉਹ ਵੀ ਸੰਭਵ ਨਹੀਂ। ਦਰਅਸਲ ਇਹ ਦੋ ਤਰ੍ਹਾਂ ਦੀ ਜਿਹੜੀ ਹੈ ਉਹ ਲੜਾਈ ਜਿਹੜੀ ਹੈ ਉਹ ਸ਼ੁਰੂ ਹੈ BJP ਦੇ ਵਿੱਚ। ਇੱਕ ਹੈ ਕਿ ਜਿਹੜਾ ਸਿੱਖ ਚਿਹਰਾ ਨਾਲ ਲਿਆਂਦਾ ਹੈ ਉਹ ਆਈਡੀਓਲੋਜੀਕਲੀ ਜਿਹੜਾ ਉਹ BJP ਨਾਲ ਕਿੰਨਾ ਕੁ ਹੁੰਦਾ ਹੈ। ਜਿਹੜਾ ਸੱਚਾ ਸਿੱਖ ਹੈ ਸ਼ਾਇਦ ਅਜੇ ਉਹ ਆਈਡੀਓਲੋਜੀਕਲੀ ਹਿੰਦੂ ਰਾਸ਼ਟਰ ਵਾਲੀ ਗੱਲ ਦੇ ਨਾਲ ਜਿਹੜਾ ਹੈ ਉਹ ਨਹੀਂ ਜੁੜ ਸਕਦਾ। ਔਰ ਦੂਜੀ ਗੱਲ ਹੈ ਕਿ ਲੰਬੀ ਲੜਾਈ ਜਿਹੜੀ ਹੈ, ਜਦੋਂ ਤੋਂ ਅਸੀਂ ਵੀ ਹੋਸ਼ ਸੰਭਾਲੀ ਹੈ 1947 ਤੋਂ ਬਾਅਦ, ਉਸ ਵੇਲੇ ਤੋਂ BJP ਦਾ ਜਾਂ ਪੁਰਾਣੀ ਜਨਸੰਘ ਦਾ ਇੱਕ ਵਿਰੋਧ ਜਿਹੜਾ ਹੈ ਉਹ ਸਿੱਖ ਇਸ਼ਕ ਦੇ ਨਾਲ ਜਿਹੜਾ ਉਹ ਜੁੜਿਆ ਹੈ। ਭਾਵੇਂ ਉਹ ਪੰਜਾਬੀ ਸੂਬੇ ਮੋਰਚੇ ਦੀ ਗੱਲ ਹੋਵੇ, ਭਾਵੇਂ 1949 ਦੇ ਵਿੱਚ ਹੀ ਸਭ ਤੋਂ ਪਹਿਲਾਂ ਜਿਹੜੀ ਐਜੀਟੇਸ਼ਨ ਸਤਾਰਾ ਸਿੰਘ ਨੇ ਕੀਤੀ ਸੀ, ਉਸ ਦੇ ਵਿੱਚ ਵੀ ਜਿਹੜਾ ਸੀ ਉਹ ਕੇਂਦਰ ਸਰਕਾਰ ਦਾ ਜਿਹੜਾ ਸੀ ਉਹਦੇ ਨਾਲ ਭਾਵੇਂ ਵਿਰੋਧ ਸੀ ਕਿ ਬੈਕਵਰਡ ਕਲਾਸਿਸ ਜਿਹੜੀਆਂ ਨੇ ਉਹਨਾਂ ਦੇ ਹਿੱਤ ਜਿਹੜੇ ਨੇ ਉਹ ਸਿੱਖਾਂ 'ਚ ਕਾਇਮ ਰਹਿਣਗੇ ਕਿ ਨਹੀਂ ਰਹਿਣਗੇ। ਇਹ ਸਾਰੀਆਂ ਗੱਲਾਂ ਦੇ ਪਿੱਛੇ ਜਿਹੜੀ ਭਾਵਨਾ ਜਿਹੜੀ ਕੰਮ ਕਰਦੀ ਸੀ ਕਿ ਹਰ ਸਿੱਖ ਦੇ ਵਿੱਚ ਕੇਂਦਰ ਸਰਕਾਰ, ਉਹਦੇ ਵਿੱਚ ਭਾਵੇਂ ਕਾਂਗਰਸ ਸੀ ਭਾਵੇਂ ਜਿਹੜੀ ਸੀ ਜਨਸੰਘ ਸੀ, ਉਹਨਾਂ ਦਾ ਜਿਹੜਾ ਸੀ ਉਹ ਵਿਰੋਧ ਜਿਹੜਾ ਸੀ ਉਹ ਇੱਕ ਬਣਿਆ ਹੋਇਆ ਸੀ। ਉਸ ਵਿਰੋਧ ਦੇ ਵਿੱਚ ਜਿਹੜਾ ਉਹ BJP ਜਿਹੜੀ ਹੈ ਬੈਨੀਫਿਟ ਜਿਹੜਾ ਉਹ ਲੈਣਾ ਚਾਹੁੰਦੀ ਹੈ, ਲੇਕਿਨ ਸਥਿਤੀ ਇਹੋ ਜਿਹੀ ਬਣਦੀ ਰਹੀ ਹੈ ਕਿ ਲੈਸਰ ਈਵਲ ਦੇ ਤੌਰ ਦੇ ਉੱਤੇ ਜਨਸੰਘ ਜਾਂ BJP ਨੂੰ ਮਿਲਣ ਦੀ ਥਾਂ ਦੇ ਉੱਤੇ ਕਾਂਗਰਸ ਨੂੰ ਜਿਹੜਾ ਉਹ ਮੰਨਿਆ ਜਾਂਦਾ ਰਿਹਾ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਵੀ ਜਿਹੜਾ ਕਾਂਗਰਸ ਦੇ ਨਾਲ ਇੱਕ ਵਿਰੋਧ ਪੈਦਾ ਹੋਇਆ ਸੀ, ਉਸ ਨੂੰ ਉਸ ਸਮੇਂ ਕੈਸ਼ ਜਿਹੜਾ ਨਹੀਂ ਕੀਤਾ ਗਿਆ। ਉਸ ਵੇਲੇ ਜਿਹੜਾ ਉਹ BJP ਔਰ ਕਾਂਗਰਸ ਜਿਹੜੇ ਸਨ ਉਹ ਦੋਨੋਂ ਹੀ, ਭਾਵੇਂ ਦਿੱਲੀ ਦੇ ਜਿਹੜੇ ਦੰਗੇ ਮਿਲ ਜਾਂਦੇ ਸਨ, ਭਾਵੇਂ ਸਾਰੇ ਭਾਰਤ ਵਿੱਚ ਜਿਹੜੇ ਸਨ ਸਿੱਖ ਵਿਰੋਧੀ ਕਾਰਵਾਈਆਂ ਹੁੰਦੀਆਂ ਸਨ, ਉਹਦੇ 'ਚ ਦੋਨਾਂ ਨੂੰ ਇਕੱਠੇ ਜਿਹੜਾ ਸੀ ਮੰਨਿਆ ਜਾਂਦਾ ਸੀ। ਇੱਕ ਛੋਟਾ ਭਰਾ ਮੰਨਿਆ ਜਾਂਦਾ ਸੀ, ਇੱਕ ਵੱਡਾ ਸੀ, ਕਿ BJP ਨੇ ਜ਼ਿਆਦਾ ਸਿੱਖਾਂ ਦਾ ਨੁਕਸਾਨ ਕੀਤਾ ਹੈ ਕਿ ਕਾਂਗਰਸ ਨੇ ਕੀਤਾ ਹੈ, ਇਹਦਾ ਫੈਸਲਾ ਨਹੀਂ ਸੀ ਹੁੰਦਾ। ਲੇਕਿਨ ਉਹਦੇ ਵਿੱਚੋਂ ਜਦੋਂ ਗੇਨ ਹੋਣ ਦੀ ਗੱਲ ਹੁੰਦੀ ਹੈ ਤੇ ਉਸ ਵੇਲੇ ਕਾਂਗਰਸ ਲੈਸਰ ਈਵਲ ਹੋ ਜਾਂਦੀ ਹੈ
ਜਿਸ ਕਰਕੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕੋਈ ਤਾਂ ਡਾਕਟਰ ਮਨਮੋਹਨ ਸਿੰਘ ਨੂੰ ਕੈਂਡੀਡੇਟ ਪੁੱਟ ਕਰਨ ਕਰਕੇ ਸਿੱਖਾਂ ਨੇ ਵੋਟ ਕਾਂਗਰਸ ਬੀਜੇਪੀ ਨਾਲੋਂ ਕਾਂਗਰਸ ਨੂੰ ਪਾਣਾ ਹਮੇਸ਼ਾ ਪ੍ਰੈਫਰ ਕੀਤਾ। ਹੁਣ ਸਥਿਤੀ ਇਹ ਹੈ ਕਿ ਕੀ ਹੈ ਜਿਹੜੇ ਸਿੱਖ ਚਿਹਰੇ ਆਏ ਨੇ, ਇਹ ਸਿੱਖ ਚਿਹਰੇ ਜਿਹੜੇ ਨੇ ਇਹ ਉਹ ਗੈਪ ਜਿਹੜਾ ਕਾਂਗਰਸ ਔਰ ਬੀਜੇਪੀ ਦੇ ਵਿੱਚ ਸਿੱਖ ਮਸਲਿਆਂ ਦੇ ਵਿੱਚ ਬਣਿਆ ਹੋਇਆ ਸੀ, ਉਹਨੂੰ ਪੂਰਾ ਕਰਨ ਦੇ ਵਿੱਚ ਸਮਰੱਥ ਹੈ ਨੇ। ਅੱਜ ਹੁਣ ਸਥਿਤੀ ਇਹ ਹੈ ਕਿ ਬੀਜੇਪੀ ਭਾਵੇਂ ਉੱਪਰੋਂ ਗੱਲ ਕਰੀ ਜਾਂਦੀ ਹੈ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ, ਪੰਜਾਬ ਦੇ ਹਿੱਤਾਂ ਦਾ ਮਸਲਾ ਹੋਵੇ, ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਇਹ ਸਾਰਿਆਂ ਦੇ ਵਿੱਚ ਜਿਹੜੀ ਹੈ ਉਹ ਕੰਟੀਨ ਵਾਲਾ ਕੰਮ ਜਿਹੜਾ ਉਹ ਕਰਦੀ ਹੈ। ਕਦੀ ਹੱਕ 'ਚ ਬੋਲ ਜਾਂਦੀ ਹੈ, ਕਦੀ ਹੱਕ 'ਚ ਨਹੀਂ ਬੋਲਦੀ, ਔਰ ਕਦੀ ਜਿਹੜੇ ਨੇ ਉਹ ਸਿੱਖ ਮਸਲੇ ਸਿੱਖ ਇਸ਼ੂਜ਼ ਉੱਤੇ ਜਿਹੜਾ ਹੈ ਉਹ ਨਹੀਂ ਜਿਹੜੀ ਹੈ ਉਹ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ 'ਚ ਸਕਸੈਸਫੁਲ ਹੁੰਦੀ। ਤੇ ਇਹ ਵੀ ਨਾਲ ਬੋਲਣ ਵਾਲੀ ਗੱਲ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇਹ ਇਸ਼ੂ ਨੂੰ ਅਜੇ ਤੱਕ ਵੀ ਬੀਜੇਪੀ ਜਾਂ ਆਰਐਸਐਸ ਜਿਹੜੀ ਹੈ ਉਹ ਰਿਜ਼ੋਲਵ ਨਹੀਂ ਕਰ ਸਕੀ, ਔਰ ਹਮੇਸ਼ਾ ਹੀ ਸਿੱਖਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਜਿਹੜਾ ਇੱਕ ਤੇ ਮਰਜ਼ਰ ਵਾਲੇ ਪ੍ਰੋਸੈਸ ਵਿੱਚ ਨਾ ਹੋ। ਜਿੰਨਾ ਚਿਰ ਤੱਕ ਇਹ ਭ੍ਰਾਂਤੀਆਂ ਦੂਰ ਨਹੀਂ ਹੁੰਦੀਆਂ, ਜਿੰਨਾ ਚਿਰ ਇਹ ਵਿਸ਼ਵਾਸ ਜਿਹੜਾ ਉਹ ਨਹੀਂ ਖਤਮ ਹੋਏਗਾ, ਉਹਨਾਂ ਚਿਰ ਇਹ ਸਿੱਖ ਚਿਹਰੇ ਜਿਹੜੇ ਨੇ ਇਹ ਚੱਲੇ ਕਾਰਤੂਸ ਸ਼ਾਮਲ ਹੋ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਾਲਪੁਰਾ ਇਕਬਾਲ ਸਿੰਘ ਲਾਲਪੁਰਾ ਸਿੱਖ ਮਾਈਂਡ ਵਾਲੇ, ਸਿੱਖ ਇਸ਼ੂ ਨੂੰ ਐਡਰੈਸ ਕਰਨ ਵਾਲੇ ਤੇ ਇੱਕ ਲੰਬੇ ਸਮੇਂ ਤੋਂ ਜਿਹੜੇ ਸਨ ਉਹ ਸਿੱਖ ਸੰਸਥਾਵਾਂ ਨਾਲ ਜੁੜੇ ਇੱਕ ਬੀਜੇਪੀ ਜਾਂ ਲੁਕਵੇਂ ਢੰਗ ਨਾਲ ਆਰਐਸਐਸ ਦੇ ਜਿਹੜੇ ਸਨ ਉਹ ਵਰਕਰ ਸਨ, ਪਰ ਉਹਨਾਂ ਦਾ ਮਾਨ ਸਤਿਕਾਰ ਜਿਹੜਾ ਉਹ ਸੀ। ਤੇ ਤੁਸੀਂ ਇਹ ਵੀ ਦੇਖ ਲਓ ਕਿ ਉਹਨਾਂ ਨੂੰ ਉਸ ਹਿਸਾਬ ਨਾਲ ਸਿੱਖ ਭਾਈਚਾਰੇ ਨੇ ਹੁਣ ਐਕਸੈਪਟ ਨਹੀਂ ਕੀਤਾ। ਜਿਵੇਂ ਹਰਦੀਪ ਪੁਰੀ ਹੋਰੀ ਜਿਹੜੇ ਸਨ ਬੜੇ ਸੰਤੁਲਨ ਸਨ, ਔਰ ਬੀਜੇਪੀ ਦੇ ਨਾਲ ਜਿਹੜੇ ਸਨ ਉਹ ਜਦੋਂ ਜੁੜੇ ਨੇ, ਤੇ ਹਰਦੀਪ ਪੁਰੀ ਹੋਰੀ ਕਦੀ ਕਿਸੇ ਕੰਟਰੋਵਰਸੀ ਵਾਲੇ ਬਹੁਤੇ ਇਸ਼ੂ 'ਚ ਨਾ ਹੋਣ ਦੇ ਬਾਵਜੂਦ ਵੀ ਅਜੇ ਵੀ ਉਹ ਸਿੱਖ ਜਿਹੜਾ ਭਾਈਚਾਰੇ ਦੇ ਅੰਦਰੂਨੀ ਜਿਹੜੀ ਹੈ ਉਹ ਆਪਣੀ ਥਾਂ ਬਣਾਉਣ ਦੇ ਵਿੱਚ ਜਿਹੜੇ ਨੇ ਉਹ ਸਕਸੈਸਫੁਲ ਜਿਹੜੇ ਨੇ ਉਹ ਨਹੀਂ ਰਹੇ। ਔਰ ਇੱਥੋਂ ਤੱਕ ਵੀ ਕਿ ਜਿਸ ਪੁਰਾਣੇ ਸਿੱਖ ਲੀਡਰ ਨੇ ਬੀਜੇਪੀ ਦੀ ਲਾਈਨ ਲਈ ਹੈ, ਬੀਜੇਪੀ ਸ਼ਾਮਲ ਨਹੀਂ ਕੀਤੀ, ਉਸ ਨੂੰ ਵੀ ਪ੍ਰਵਾਨਗੀ ਜਿਹੜੀ ਹੈ ਉਹ ਸਿੱਖ ਮਾਸਸ ਦੇ ਵਿੱਚ ਜਿਹੜੀ ਉਹ ਨਹੀਂ ਲੈਂਦੀ। ਜਿਹੜੇ ਇੰਟਲੈਕਚੁਅਲ ਵੀ ਹਿੰਦੂ ਰਾਸ਼ਟਰ ਦੀ ਜਿਹੜੀ ਹੈ ਉਹ ਪ੍ਰੋੜਤਾ ਕਰਕੇ ਬੀਜੇਪੀ 'ਚ ਆਪਣੀ ਥਾਂ ਬਣਾ ਰਹੇ ਸਨ, ਉਹਨਾਂ ਨੂੰ ਵੀ ਜਿਹੜੀ ਹੈ ਉਹ ਆਮ ਤੌਰ ਦੇ ਉੱਤੇ ਸਿੱਖ ਭਾਈਚਾਰੇ ਨੇ ਪ੍ਰਵਾਨ ਨਹੀਂ ਕੀਤਾ। ਜੀ ਬਿਲਕੁਲ ਡਾਕਟਰ ਸਾਹਿਬ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ ਜੀ। ਮੇਰਾ ਸਵਾਲ ਇੱਕ ਹੋਰ ਵੀ ਸੀਗਾ, ਕਿਉਂਕਿ ਜ਼ਿਆਦਾਤਰ ਜਿਹੜੀ ਮਿੱਥ ਜਿਹੜੀ ਹੈ ਇਹਨਾਂ ਚਿਹਰਿਆਂ ਦੇ ਬਾਰੇ ਉਹ ਬਣੀ ਹੋਈ ਹੈ ਜੀ, ਜਿਹੜੇ ਦੂਜੀ ਪਾਰਟੀਆਂ ਦੇ ਵਿੱਚੋਂ ਪੱਗਾਂ ਵਾਲੇ ਚਿਹਰੇ ਜਿਹੜੇ ਆ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਮਿੱਥ ਉਹਨਾਂ ਦੇ ਬਾਰੇ ਇੱਕ ਇਹ ਵੀ ਜਿਹੜੀ ਆ ਗਰਾਊਂਡ ਲੈਵਲ ਦੇ ਉੱਤੇ ਬਣੀ ਹੋਈ ਹੈ ਕਿ ਭਾਈ ਇਹ CBI ਤੋਂ ਡਰਦੇ, ED ਤੋਂ ਡਰਦੇ, ਜਿੱਦਾਂ ਤੁਸੀਂ ਵੀ ਗੱਲ ਕੀਤੀ, ਤੇ ਜਾਂ ਜਿਹੜੇ ਆਪਾਂ ਪੰਜਾਬ ਸਰਕਾਰ ਦੇ ਵਿਜੀਲੈਂਸ ਜਿਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਕਿ ਉਹਨਾਂ ਸਾਰੀਆਂ ਚੀਜ਼ਾਂ ਤੋਂ ਡਰਦੇ ਜਿਹੜੇ ਇੱਕ ਸੁਰੱਖਿਆ ਛਤਰੀ ਦੇ ਲਈ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ, ਕਿਉਂਕਿ ਭਾਜਪਾ ਦੇ ਕੋਲੇ ਉਦੋਂ ਵੀ ਵੱਡੀ ਸੁਰੱਖਿਆ ਛਤਰੀ ਹੈ ਜੋ ਪੰਜਾਬ ਦੇ ਮੌਕੇ ਦੇ ਸਰਕਾਰ ਦੇ MLAਆਂ ਦੇ ਕੋਲੇ ਜਾਂ ਮੰਤਰੀਆਂ ਦੇ ਕੋਲੇ ਹੋਊਗੀ। ਉਦੋਂ ਵੱਡੀ ਸੁਰੱਖਿਆ ਛਤਰੀ ਜਿਹੜੀ ਭਾਜਪਾ ਦੇ ਕੋਲੇ ਹੈਗੀ ਆ, CBI ਹੈਗੀ ਆ, ED ਹੈਗੀ ਆ, ਜੇਕਰ ਨੀਚੇ ਕੋਈ ਕਾਰਵਾਈ ਹੁੰਦੀ ਆ, ਕਿ ਉਹ ਮਿੱਥ ਜਿਹੜੀ ਆ ਉਹ ਤੋੜ ਕੇ ਉਹਦੀ ਬਜਾਏ ਇੱਕ ਜਿਹੜਾ ਲੀਡਰ ਦੇ ਤੌਰ ਤੇ ਸਥਾਪਿਤ ਹੋ ਸਕਣਗੇ ਮੁੜ ਕੇ ਦੁਬਾਰਾ, ਜਿਸ ਤਰ੍ਹਾਂ ਦੇ ਚਿਹਰੇ ਜਿਹੜੇ ਗਏ ਨੇ। ਤੁਸੀਂ ਇਹ ਦੇਖੋ ਨਾ ਕਿ ਜਿਹੜੇ ਸਾਡੇ ਕੋਲ ਅਕਾਲੀ ਚਿਹਰੇ ਸਨ, ਜਿਨ੍ਹਾਂ ਨਾਲ ਕੁਝ ਸਿੱਖ ਜਿਹੜੇ ਸਨ ਲੋਕ ਜੁੜੇ ਵੀ ਹੋਏ ਸਨ, ਜਿਨ੍ਹਾਂ ਦੇ ਵਿੱਚੋਂ ਸੁਖਦੇਵ ਸਿੰਘ ਢੀਂਡਸਾ ਸਨ, ਜਿਨ੍ਹਾਂ ਦੇ ਵਿੱਚੋਂ ਜਿਹੜੇ ਸਨ ਉਹ ਤੁਸੀਂ ਜਿਵੇਂ ਲਾਲਪੁਰਾ ਕਹੇ ਸੀ, ਉੱਥੇ ਕੁਝ ਹੱਦ ਤੱਕ ਜਿਹੜੇ ਸਨ ਪ੍ਰਵਾਨ ਹੋਣ ਦੇ ਬਾਵਜੂਦ ਵੀ, ਇਹ ਹੁਣ ਇਕਬਾਲ ਸਿੰਘ ਲਾਲਪੁਰਾ ਸਿੱਖ ਹੋਣ ਦੇ ਬਾਵਜੂਦ, ਚੰਗੇ ਸਿੱਖ ਹੋਣ ਦੇ ਬਾਵਜੂਦ ਵੀ ਉਹ ਵਿਅਕਤੀ ਬਣਾ ਸਕੇ ਜਿਹੜਾ ਕਿ ਉਹ ਬਣਾਉਣ ਦੇ ਸਮਰੱਥ ਹੋ ਸਕਦੇ ਸਨ, ਕਿਉਂਕਿ ਅਜੇ ਤੱਕ ਹਰ ਸਿੱਖ ਦੇ ਮਨੋਂ, ਹਰ ਸਿੱਖ ਦੇ ਗਲੇ ਤੋਂ ਅਜੇ ਨਿਕਲ ਨਹੀਂ ਰਿਹਾ ਕਿ ਬੀਜੇਪੀ ਜਾਣ ਨਾਲ ਸਿੱਖਾਂ ਦਾ ਜਿਹੜਾ ਉਹ ਪੜਾ ਹੈ, ਔਰ ਉਹਦੇ ਵਿੱਚ ਬੀਜੇਪੀ ਨੂੰ ਕੰਮ ਕਰਨਾ ਪਏਗਾ, ਔਰ ਉਹ ਇਸ਼ੂ ਸੈਟਲ ਕਰਨੇ ਪੈਣਗੇ ਜਿਹਦੇ 'ਚ ਸਿੱਖ ਮਾਈਂਡ ਜਿਹੜਾ ਸੰਤੁਸ਼ਟ ਹੋ। ਦੋ ਗੱਲਾਂ ਨੇ, ਇੱਕ ਪੰਜਾਬ ਦਾ ਇੰਟਰਸਟ ਵੀ ਹੈ ਸਿੱਖਾਂ ਵਾਸਤੇ, ਔਰ ਇੱਕ ਜਿਹੜਾ ਹੈ ਉਹ ਸਿੱਖ ਇੰਟਰਸਟ ਵੀ ਹੈ। ਤੁਸੀਂ ਇਹ ਦੇਖੋ ਕਿ ਜਿਹੜਾ ਮਿਨੋਰਟੀ ਦਾ ਜਿਹੜਾ ਸੀ ਉਹ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲਦਾ ਸੀ ਕਿ ਮਿਨੋਰਟੀ ਦੇ ਜਿਹੜੇ ਬੱਚੇ ਨੇ ਉਹ ਪੜ੍ਹ ਸਕਣ, ਹਾਇਰ ਐਜੂਕੇਸ਼ਨ ਤੇ ਦੂਜੇ ਦੇ ਵਿੱਚ ਉਹਦੇ ਵਿੱਚ ਸਪੈਸ਼ਲ ਸਕਾਲਰਸ਼ਿਪ ਮਿਲਦਾ ਸੀ। ਹੁਣ ਇਹ ਬੀਜੇਪੀ ਨੇ ਭਾਵੇਂ ਆਪਣਾ ਕਹਿ ਲਓ ਕਿ ਮੁਸਲਮਾਨ ਵਿਰੋਧੀ ਚਿਹਰੇ ਨੂੰ ਸਾਹਮਣੇ ਰੱਖ ਕੇ ਉਹ ਬਹਾਨੇ ਨਾਲ ਬੰਦ ਕਰਤਾ, ਪਰ ਨੁਕਸਾਨ ਨਾਲ ਸਿੱਖਾਂ ਦਾ ਵੀ ਹੋ ਗਿਆ। ਸੋ ਇਸ ਤਰ੍ਹਾਂ ਦੇ ਜਦੋਂ ਮਿਨੋਰਟੀ ਨੂੰ ਹਿੱਟ ਕਰਦੀ ਹੈ ਕੇਂਦਰ ਸਰਕਾਰ, ਔਰ ਉਹ ਬਾਈ ਪ੍ਰੋਕਸੀ ਜਿਹੜੀ ਹੈ ਉਹ ਸਿੱਖਾਂ ਨੂੰ ਵੀ ਹਿੱਟ ਹੋ ਜਾਂਦੀ ਹੈ।
ਦੂਜੀ ਗੱਲ ਹੈ ਕਿ ਜਿਹੜੇ ਪੈਂਡਿੰਗ ਇਸ਼ੂ ਗੁਰਦੁਆਰਿਆਂ ਦੇ ਇਸ਼ੂ ਨੇ, ਗੁਰਦੁਆਰਿਆਂ ਦਾ ਇਸ਼ੂ ਮਤਲਬ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਜਿਹੜਾ ਉਹ ਡਾਂਗ ਮਾਰ, ਮਤਲਬ ਇਹ ਛੋਟੇ ਛੋਟੇ ਜਿਹੜੇ ਵੀ ਇਸ਼ੂ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਕੇਂਦਰ ਸਰਕਾਰ ਦੇ ਰਾਹੀਂ ਜਾਂ ਬੀਜੇਪੀ ਦੇ ਰਾਹੀਂ ਜਾਂ ਲੋਕਲ ਸਰਕਾਰਾਂ ਦੇ ਰਾਹੀਂ ਗੁਰਦੁਆਰਿਆਂ ਨੂੰ ਖਤਮ ਕਰਕੇ ਉੱਥੇ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਆਧਾਰ ਬਣਾਉਣ ਦਾ ਯਤਨ ਕੀਤਾ, ਉਹ ਵੀ ਕਿਸੇ ਤਰ੍ਹਾਂ ਪ੍ਰਵਾਨ ਨਹੀਂ। ਇਵੇਂ ਹੀ ਮਤਲਬ ਇਹ ਗੱਲ ਮੰਨ ਕੇ ਚੱਲੀਏ ਅਸੀਂ ਕਿ ਅਸੀਂ ਅਕਾਲੀ ਵਿਰੋਧੀ ਵੀ ਹੋ ਸਕਦੇ ਹਾਂ, ਅਸੀਂ ਕਿਸੇ ਵੀ ਸਿੱਖ ਪਾਰਟੀ ਦੇ ਵਿਰੋਧੀ ਵੀ ਹੋ ਸਕਦੇ ਹਾਂ, ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਗੁਰਦੁਆਰਿਆਂ ਦੇ ਉੱਤੇ ਪ੍ਰਭਾਵ ਜਿਹੜਾ ਹੈ ਬੀਜੇਪੀ ਦਾ ਜਾਂ ਕਾਂਗਰਸ ਦਾ ਸਿੱਧੇ ਤੌਰ ਤੇ ਹੋਵੇ, ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਸਾਡੀ ਜਿਹੜੀ ਹੈ ਇਸ ਸਿੱਖ ਇਸ਼ੂ ਦੇ ਉੱਤੇ ਹਿੱਤਾਂ ਦੀ ਪੂਰਤੀ ਕਰਨ ਦੇ ਸਮਰੱਥ ਰਾਜਨੀਤਿਕ ਪਾਰਟੀਆਂ ਨੇ। ਇਹਨਾਂ ਨੂੰ ਪਹਿਲਾਂ ਇਹ ਪ੍ਰੂਵ ਕਰਨਾ ਪਏਗਾ ਪੰਜਾਬ ਬੀਜੇਪੀ ਨੂੰ ਕਿ ਅਸੀਂ ਸਿੱਖ ਹਿੱਤਾਂ ਦੀ ਰਾਖੀ ਕਰਨ ਦੇ ਸਮਰੱਥ। ਦੂਜਾ ਇਹਨਾਂ ਨੂੰ ਇਹ ਵੀ ਪ੍ਰੂਵ ਕਰਨਾ ਪਏਗਾ ਕਿ ਭਾਰਤ ਭਰ ਦੇ ਸਿੱਖ ਜਿਹੜੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਬੀਜੇਪੀ ਨੂੰ ਜਿਹੜਾ ਹੈ ਉਹ ਆਪਣਾ ਰੋਲ ਅਦਾ ਕਰਨਾ ਪਏਗਾ ਸਿੱਖ ਇਸ਼ੂਜ਼ ਨੂੰ ਐਡਰੈਸ ਕਰਨ ਦੇ ਲਈ। ਜਿਵੇਂ ਤੁਸੀਂ ਦੇਖੋ ਹਰਿਆਣੇ 'ਚ ਜ਼ਮੀਨਾਂ ਪਟਿਆਂ ਦੇ ਝਗੜੇ ਸਨ ਤੇ ਉਸ ਵੇਲੇ ਤਰਲੋਚਨ ਸਿੰਘ ਜਿਹੜੇ ਕਿ ਆਜ਼ਾਦ ਮੈਂਬਰ ਰਾਜ ਸਭਾ ਸਨ, ਉਹਨਾਂ ਨੇ ਹਰਿਆਣੇ ਦੇ ਵਿੱਚ ਇਸ਼ੂ ਡਿਸਕਸ ਕਰਕੇ ਹਰਿਆਣੇ ਦੇ ਵਿੱਚ ਜਿਹੜਾ ਸੀ ਉਹ ਇਸ਼ੂ ਸੈਟਲ ਕਰਾਉਣ ਦਾ ਯਤਨ ਕੀਤਾ ਸੀ। ਜਿੰਨਾ ਚਿਰ ਇਹ ਭੂਮਿਕਾ ਜਿਹੜੀ ਨਹੀਂ ਨਿਭਾਈ ਜਾਏਗੀ ਬੀਜੇਪੀ ਦੇ ਉਹ ਲੋਕ ਜਿਹੜੇ ਬੀਜੇਪੀ ਸ਼ਾਮਲ ਹੋਏ ਨੇ ਉਹਨਾਂ ਨੂੰ ਉਹਨਾਂ ਚਿਰ ਨਹੀਂ ਹੋਏਗਾ। ਇਹਦੇ ਨਾਲ ਹੀ ਦੂਜੀ ਗੱਲ ਵੀ ਹੋਰ ਹੈ ਕਿ ਜਿਸ ਵੇਲੇ ਉਹ ਸਿੱਖ ਦੀ ਬੋਲੀ ਬੋਲਣਗੇ, ਬੀਜੇਪੀ ਦੇ ਸਿੱਖ ਲੀਡਰ ਸਿੱਖ ਦੀ ਬੋਲੀ ਬੋਲਣਗੇ, ਉਹਦੇ 'ਚ ਫਿਰ ਬੀਜੇਪੀ 'ਚੋਂ ਪ੍ਰਵਾਨ ਨਹੀਂ ਹੁੰਦੇ। ਤੁਸੀਂ ਦੇਖੋ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਉਸ ਵੇਲੇ ਦੇ ਬੀਜੇਪੀ ਦੇ ਜਿਹੜੇ ਸਿੱਖ ਲੀਡਰ ਸਨ ਉਹਨਾਂ ਕੋਲ ਬੁਲਾਇਆ ਗਿਆ ਕਿਸਾਨਾਂ ਦੇ ਅਗੇਂਸਟ, ਭਾਵੇਂ ਉਹ ਹਰਜੀਤ ਗਰੇਵਾਲ ਹੋਣ ਭਾਵੇਂ ਉਹ ਆਰਪੀ ਸਿੰਘ ਜੀ ਹੋਣ, ਔਰ ਉਹਨਾਂ ਨੂੰ ਬੋਲਣਾ ਪਿਆ ਔਰ ਉਹ ਬੋਲਣ ਦਾ ਨਤੀਜਾ ਹੋਇਆ ਕਿ ਕਿਸਾਨੀ ਦੇ ਜਿਹੜੇ ਸਨ ਉਹ ਵਿਰੋਧ ਜਿਹੜਾ ਇੱਕ ਅਨਸੈਟ ਵਿਰੋਧ ਜਿਹੜਾ ਬਣ ਗਿਆ। ਉਹ ਮਨਜਿੰਦਰ ਸਿੰਘ ਸਿਰਸਾ ਜਿਹੜਾ ਕਿ ਕਿਸਾਨੀ ਮੋਰਚੇ ਦੇ ਵਿੱਚ ਡਟ ਕੇ ਗੁਰਦੁਆਰੇ ਦੀ ਮਦਦ ਦੇ ਨਾਲ ਲੰਗਰ ਔਰ ਬਾਕੀ ਸਾਰੀਆਂ ਫੈਸਿਲਿਟੀ ਔਰ ਬੋਲਣ ਦੇ ਵਿੱਚ ਜਿਹੜੀ ਸੀ ਉਹ ਕਿਸਾਨ ਮੋਰਚੇ ਦੇ ਵਿੱਚ ਲੀਡਰਸ਼ਿਪ ਵਾਲੀ ਗੱਲ ਉਹਨਾਂ ਦੀ ਜਿਹੜੀ ਸੀ ਬਣ ਗਈ ਸੀ, ਪਰ ਅੱਜ ਉਹ ਬਿਲਕੁਲ ਚੁੱਪ ਨੇ ਇਸ ਕਰਕੇ ਕਿ ਉਹ ਪਾਰਟੀ ਜਿਹੜੀ ਉਹ ਚਾਹੁੰਦੀ ਨਹੀਂ। ਸੋ ਸਿੱਖ ਚਿਹਰਾ ਜੇਕਰ ਉਹ ਬੀਜੇਪੀ 'ਚ ਰਹਿੰਦਾ ਹੋਇਆ ਸਿੱਖ ਦਾ ਰੋਲ ਅਦਾ ਕਰਨ ਦਾ ਸਮਰੱਥ ਹੋਏਗਾ ਔਰ ਉਹਨੂੰ ਇੰਨੀ ਆਜ਼ਾਦੀ ਹੋਏਗੀ ਕਿ ਸਿੱਖ ਇਸ਼ੂ ਦੇ ਉੱਤੇ ਉਹ ਹੱਕ ਔਰ ਸੱਚ ਦੀ ਗੱਲ ਕਰ ਸਕੇ, ਫਿਰ ਤੇ ਉਹ ਸਿੱਖਾਂ ਦੇ ਵਿੱਚ ਜਿਹੜੀ ਉਹ ਕੋਈ ਥਾਂ ਜਿਹੜੀ ਆ ਬਣਾ ਸਕਦਾ ਹੈ, ਨਹੀਂ ਤੇ ਨਹੀਂ ਬਣਾ ਸਕਦਾ। ਬੀਜੇਪੀ ਦੇ ਇਹ ਯਤਨ ਥੋੜੇ ਬਾਤੇ ਛਿਟਪੁਟ ਜਿਹੜੇ ਨੇ ਆਧਾਰ ਨਾਲ ਤੇ ਜਿਹੜੇ ਨੇ ਉਹ ਬਣ ਸਕਦੇ ਨੇ, ਲੇਕਿਨ ਉਹਨਾਂ ਦੇ ਨਤੀਜੇ ਅਜੇ ਲੰਬੇ ਸਮੇਂ ਤੱਕ ਆਉਣ ਦੀ ਸੰਭਾਵਨਾ ਨਹੀਂ। ਔਰ ਇਸਦੇ ਕਾਰਨ ਇਸ ਵੀ ਹੈ ਕਿ ਜਿਹੜੇ ਪਹਿਲਾਂ ਬੀਜੇਪੀ 'ਚ ਸਿੱਖ ਚਿਹਰੇ ਹੈ ਨੇ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਭਾਵੇਂ ਉਹ ਇਕਬਾਲ ਸਿੰਘ ਜੀ ਨੇ, ਭਾਵੇਂ ਜਿਹੜੇ ਨੇ ਪਹਿਲਾਂ ਸਿੱਖ ਚਿਹਰਿਆਂ ਦੇ ਵੀ ਜਿਹੜੇ ਨੇ ਗਏ ਨੇ ਆਰਪੀ ਸਿੰਘ ਹੋਰੀ, ਹਰਜੀਤ ਗਰੇਵਾਲ ਹੋਰੀ, ਇਹਨਾਂ ਦੀ ਕੀ ਥਾਂ ਹੈ? ਕਿ ਨਵੇਂ ਸਿੱਖ ਲੀਡਰ ਆ ਕੇ ਇਹਨਾਂ ਨੂੰ ਰਿਪਲੇਸ ਕਰ ਜਾਂਦੇ, ਜਿਵੇਂ ਮਨਜਿੰਦਰ ਸਿਰਸਾ ਨੇ ਇੱਕ ਰਿਪਲੇਸ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਬੀਜੇਪੀ 'ਚ ਮਨਜਿੰਦਰ ਸਿਰਸਾ ਦੀ ਥਾਂ ਕੋਈ ਨਹੀਂ, ਨਾ ਕੋਈ ਉਹਦਾ ਅਹੁਦਾ ਨਾ ਕੋਈ ਉਹਦੀ ਥਾਂ, ਉਹ ਬੋਲਣ ਲੱਗਿਆ ਆਪਣੀ ਜਿਹੜੀ ਹੈ ਸਮਰੱਥਾ ਦਾ ਕੇ ਥੋੜੀ ਬਹੁਤੀ ਆਪਣੀ ਪਛਾਣ ਬਣਾਉਂਦਾ ਹੈ, ਪਰ ਨੈਟ ਰਿਜ਼ਲਟ ਕੋਈ ਨਹੀਂ। ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਨਡਾਇਰੈਕਟਲੀ ਬੀਜੇਪੀ ਦਾ ਕੰਟਰੋਲ ਹੋਣਾ ਜਿਹੜਾ ਹੈ ਉਹ ਸਿੱਖ ਮਾਈਂਡ ਨੂੰ ਅਸੈਪਟ ਨਹੀਂ ਹੈਗਾ। ਉਹਨਾਂ ਚਿਰ ਅਸੈਪਟ ਨਹੀਂ ਜਿੰਨਾ ਚਿਰ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ ਸਿੱਖ ਗੱਲ ਕਰਕੇ, ਪ੍ਰੋ ਅਕਾਲ ਤਖ਼ਤ ਸਾਹਿਬ ਗੱਲ ਕਰਕੇ ਜੇਕਰ ਆਪਰੇਟ ਕਰੇਗਾ ਫਿਰ ਉਹ ਸਿੱਖ ਮਸਲ ਮੰਨਣਗੀਆਂ। ਬਾਕੀ ਪ੍ਰਬੰਧਕੀ ਕੰਮਾਂ ਲਈ ਜਿਹੜੇ ਨੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰੀ ਵੀ ਜਾਏ, ਲੇਕਿਨ ਕੋਈ ਨਹੀਂ ਲੱਗਦਾ ਕਿ ਜਦੋਂ ਅੱਗੋਂ ਹੋਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਦਿੱਲੀ ਦੇ ਸਿੱਖ ਉਹ ਸਮਰਥਨ ਜਿਹੜਾ ਉਹ ਦੇਣਗੇ। ਸੋ ਬੀਜੇਪੀ ਨੂੰ ਜੇਕਰ ਪੰਜਾਬ ਦੇ ਵਿੱਚ ਆਪਣੀ ਥਾਂ ਨਾ ਬਣਾਉਣੀ ਹੈ ਤੇ ਬੀਜੇਪੀ ਨੂੰ ਸਿੱਖ ਸਾਈਕੀ ਨੂੰ ਸਮਝਣਾ ਪਏਗਾ। ਸਿੱਖ ਸਾਈਕੀ ਜਿਹੜੀ ਹੈ ਉਹ ਛੋਟੇ ਛੋਟੇ ਇਸ਼ੂ 'ਚ ਵੀ ਹੈ, ਵੱਡੇ ਮਸਲੇ ਹੱਲ ਕਰਨ 'ਚ ਵੀ ਹੈ। ਮਨਮੋਹਨ ਸਿੰਘ ਵਰਗਾ ਜਿਹੜਾ ਚਿਹਰਾ ਕੋਈ ਲੱਭ ਕੇ ਲਿਆਉਣ ਦੀ ਵੀ ਲੋੜ ਹੈ, ਜਿਹੜਾ ਕਿ ਕੋਈ ਕੰਟਰੋਵਰਸੀ ਜਿਹੜੀ ਉਹ ਨਾ ਪਵੇ। ਔਰ ਉਸ ਕਰਕੇ ਜੇ ਪਿਛਲੀ ਤੁਸੀਂ ਪਾਰਲੀਮੈਂਟ ਇਲੈਕਸ਼ਨ 'ਚ ਦੇਖੋਗੇ ਤੇ ਉਸ ਵੇਲੇ ਚਿਹਰਾ ਬਣ ਗਿਆ ਅਡਵਾਨੀ ਵਰਸਸ ਮਨਮੋਹਨ ਸਿੰਘ, ਤੇ ਸਿੱਖਾਂ ਨੇ ਵੋਟ ਪਾਣੀ ਸ਼ੁਰੂ ਕਰਤੀ, ਥਰੂ ਇੰਡੀਆ ਪਾਣੀ ਸ਼ੁਰੂ ਕਰਤੀ। ਔਰ ਉਸੇ ਕਰਕੇ ਜਿਹੜਾ ਉਹ ਕਾਂਗਰਸ ਦੇ ਦੁਬਾਰਾ ਪੈਰ ਜਿਹੜੇ ਨੇ ਲੱਗੇ, ਨਹੀਂ ਤੇ ਉਦੋਂ ਪਹਿਲਾਂ ਕਾਂਗਰਸ ਨੂੰ ਲੋਸਿਕ ਜਿਹੜਾ ਸੀ ਆਪਰੇਸ਼ਨ ਵੀ ਸਟਾਰਟ ਤੋਂ ਬਾਅਦ ਵੋਟ ਪਾਉਣ ਲਈ ਬਿਲਕੁਲ ਤਿਆਰ ਨਹੀਂ ਸੀ। ਉਹ ਦੁਬਾਰਾ ਆਪਣੀ ਥਾਂ ਬਣਾ ਗਿਆ। ਕੀ ਬੀਜੇਪੀ ਉਹ ਕੰਮ ਕਰੇਗੀ ਜਿਨ੍ਹਾਂ ਕੰਮਾਂ ਦੇ ਨਾਲ ਜਿਹੜਾ ਹੈ ਉਹ ਸਿੱਖ ਚਿਹਰਾ ਜਿਹੜਾ ਹੈ
ਉਹਦੇ ਤੌਰ ਦੇ ਉੱਤੇ ਜਿਹੜਾ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਹੈ ਐਸਟੈਬਲਿਸ਼ ਹੋਏ। ਨਹੀਂ ਤੇ ਪਹਿਲੀ ਸਿੱਖ ਲੀਡਰਸ਼ਿਪ ਜਿਹੜੀ ਬੀਜੇਪੀ 'ਚ ਹੈ, ਔਰ ਪਹਿਲੇ ਜਿਹੜੇ ਨੇ ਉਹ ਗਏ ਜਿਹੜੇ ਨੇ ਬੀਜੇਪੀ ਦੇ ਲੰਮੇ ਸਮੇਂ ਤੋਂ ਲੜ ਰਹੇ ਜਿਹੜੇ ਵਰਕਰ, ਜਿਹੜੇ ਹਿੰਦੂ ਵਰਕਰ ਤੁਸੀਂ ਕਹਿ ਲਓ, ਉਹਨਾਂ ਦੀ ਕੀ ਥਾਂ ਹੋਏਗੀ? ਕਿ ਉਹ ਸਾਰੇ ਅਹੁਦੇ, ਜਿਵੇਂ ਪੰਜਾਬ ਦੇ ਵਿੱਚ ਅਹੁਦੇ ਵੰਡੇ ਨੇ, ਅੱਧੇ ਅਹੁਦੇ ਜਿਹੜੇ ਨੇ ਸਿੱਖਾਂ ਨੂੰ ਦੇ ਦਿੱਤੇ ਨੇ। ਜਿਹੜੀ ਪਹਿਲੀ ਬੀਜੇਪੀ ਕੇਡਰ ਬੇਸਡ ਬੀਜੇਪੀ ਹੈ, ਉਹਦਾ ਅੱਗੋਂ ਕੀ ਭਵਿੱਖ ਹੋਏਗਾ, ਉਹਦਾ ਕੀ ਹਸ਼ਰ ਹੋਏਗਾ? ਕਿ ਉਹ ਆਪਣੀ ਇਕੱਤਰਤਾ, ਜਿੱਥੇ ਕਿਸੇ ਜ਼ਮਾਨੇ 'ਚ ਹਿੰਦੀ ਤੋਂ ਬਗੈਰ ਗੱਲ ਨਹੀਂ ਸਨ ਕਰਦੇ, ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਚੱਲ ਸਕਣਗੇ। ਸੋ ਬੀਜੇਪੀ ਨੂੰ ਵੀ ਬੈਠ ਕੇ ਆਪਣੀ ਜਿਹੜੀ ਹੈ ਸਟ੍ਰੈਟਜੀ ਬਣਾਉਣੀ ਪਏਗੀ, ਔਰ ਉਹ ਸਟ੍ਰੈਟਜੀ ਬਣੇਗੀ ਜਦੋਂ, ਉਦੋਂ ਇਹ ਹੋਏਗਾ ਕਿ ਜਦੋਂ ਸੱਚੇ ਜਿਹੜੇ ਸਿੱਖਾਂ ਦਾ ਜਿਹੜਾ ਨਾਂ ਹੈ ਉਹ ਕੁਝ ਬੀਜੇਪੀ ਸ਼ਾਮਲ ਹੋਣਗੇ। ਉਦਾਹਰਨ ਦੇ ਤੌਰ ਤੇ ਕਰਨੈਲ ਸਿੰਘ ਪੰਜੋਲੀ ਜਿਹੜਾ ਉਹਨੂੰ ਅਕਾਲੀ ਦਲ ਚੋਂ ਕੱਢ ਦਿੱਤਾ, ਕੀ ਕਰਨੈਲ ਸਿੰਘ ਪੰਜੋਲੀ ਬੀਜੇਪੀ ਜੁਆਇਨ ਕਰਨ ਨੂੰ ਤਿਆਰ ਹੈ? ਸਿੱਖ ਮਾਈਂਡ ਵਾਲਾ ਬੰਦਾ। ਇਵੇਂ ਹੀ ਜਿਹੜੇ ਨੇ ਸੁਖਦੇਵ ਸਿੰਘ ਢੀਂਡਸਾ, ਜਿਹੜਾ ਉਹਨਾਂ ਦੀ ਅਕਾਲੀ ਦਲ 'ਚ ਕੋਈ ਥਾਂ ਨਹੀਂ, ਕਿ ਉਹ ਨੰਗੇ ਚਿੱਟੇ ਬੀਜੇਪੀ ਜਾਣ ਨੂੰ ਤਿਆਰ ਨੇ? ਕਿ ਜਿਹੜਾ ਉਹ ਬਾਕੀ ਜਿਹੜੇ ਵਿਰੋਧੀ ਨੇ, ਭਾਵੇਂ ਹੁਣ ਮਨਮੋਹਨ ਸਿੰਘ ਸਠਿਆਲਾ ਨੇ ਜਿਹੜੀ ਉਹ ਸ਼ਾਮਲ ਹੋ ਗਏ, ਪਰ ਉਹਨਾਂ ਮਗਰ ਹੈ ਕੌਣ? ਇੱਕ ਵਾਰੀ ਐਮਐਲਏ ਦੀ ਇਲੈਕਸ਼ਨ ਜਿੱਤੇ, ਉਸ ਤੋਂ ਬਾਅਦ ਜਿਹੜਾ ਉਹ ਲੰਬੇ ਸਮੇਂ ਤੋਂ ਜਿਹੜੇ ਸਨ ਉਹ ਪੈਸਿਵ ਰੋਲ ਅਦਾ ਕਰ ਰਹੇ ਸਨ, ਔਰ ਉਸ ਪੈਸਿਵ ਰੋਲ ਵਿੱਚ ਮੂਲ ਤੌਰ ਦੇ ਉੱਤੇ ਉਹਨਾਂ ਦਾ ਲੀਡਰ ਜਿਹੜਾ ਸੀ ਉਹਨਾਂ ਪ੍ਰਕਾਸ਼ ਸਿੰਘ ਬਾਦਲ ਸੀ। ਉਹ ਲੰਬੇ ਸਮੇਂ ਤੋਂ ਹੀ ਜਿਹੜੇ ਜੁੜੇ ਸਨ, ਉਹ ਜਾਂ ਰਵਿੰਦਰ ਸਿੰਘ ਨਾਲ ਜੁੜੇ ਸਨ, ਤੇ ਜਾਂ ਜਿਹੜੇ ਸਨ ਉਹ ਜਥੇਦਾਰ ਰਣਜੀਤ ਸਿੰਘ, ਜਿਹੜੇ ਸਾਬਕਾ ਖਾਲਸਾ ਜਥੇਦਾਰ ਨੇ, ਉਹਨਾਂ ਨਾਲ ਜੁੜੇ ਸਨ। ਸੋ ਕਿਸੇ ਤਰ੍ਹਾਂ ਵੀ ਇਹਦੇ ਨਾਲ ਅਕਾਲੀ ਦਲ ਕਮਜ਼ੋਰ ਨਹੀਂ ਹੋ ਰਿਹਾ, ਬਲਕਿ ਜਿਹੜਾ ਲਾਇਸੈਂਸ ਰੱਖਣ ਵਾਲਾ ਸੀ ਅਕਾਲੀ ਦਲ ਦੇ ਵਿੱਚ, ਵਿਰੋਧ ਕਰਨ ਵਾਲਾ ਸੀ, ਜਾਂ ਉਹ ਪਿੱਛੇ ਹਟ ਗਿਆ। ਜੇ ਉਹ ਬੀਜੇਪੀ 'ਚ ਚਲਾ ਗਿਆ ਤਾਂ ਅਕਾਲੀ ਦਲ ਨੂੰ ਇਹਦਾ ਗੇਮ ਜਿਹੜਾ ਹੋਇਆ। ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਗੱਲ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਜਿਹੜੇ ਸਿੱਖ ਲੀਡਰ ਜਾਣਗੇ ਬੀਜੇਪੀ ਦੇ ਵਿੱਚ, ਕੀ ਉਹ ਸਿੱਖਾਂ ਦੀ ਬਿਹਤਰੀ ਦੇ ਲਈ ਗੱਲਬਾਤ ਜਿਹੜੀ ਉਹ ਕਰ ਰੱਖ ਸਕਣਗੇ? ਕਿਉਂਕਿ ਜਿਹੜੇ ਹਮੇਸ਼ਾ ਹੀ ਜਿਹੜੀ ਆ ਮੰਨੀ ਜਾਂਦੀ ਹੈ ਕਿ ਬੀਜੇਪੀ ਦੇ ਪਿੱਛੇ ਆਰਐਸਐਸ ਵਰਗੀ ਉਹ ਸ਼ਕਤੀ ਹੈਗੀ ਆ ਜਿਹੜੀ ਕਹਿੰਦੀ ਹੈ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਕੀ ਉਹ ਉਹਨਾਂ ਦੇ ਸਾਹਮਣੇ ਆਪਣੀ ਗੱਲ ਜਿਹੜੀ ਆ ਸਿੱਖਾਂ ਦੀ ਜਿਹੜੀ ਆ ਮੁੱਦਿਆਂ ਦੀ ਗੱਲ ਜਿਹੜੀ ਆ ਸਿੱਖਾਂ ਨੂੰ ਇੱਕ ਜਿਹੜਾ ਕਿ ਵੱਡਾ ਰੁਤਬਾ ਦੇਣ ਦੀ ਗੱਲ ਜਿਹੜੀ ਆ ਬਿਲਕੁਲ ਉਹ ਜਿਹੜੀ ਰੱਖ ਸਕਣਗੇ ਜਾਂ ਨਹੀਂ ਰੱਖ ਸਕਣਗੇ, ਉਹ ਵੀ ਇੱਕ ਵੱਡੇ ਮਾਇਨੇ ਰੱਖਦੇ ਆ ਪੰਜਾਬ ਦੇ ਵਿੱਚ ਬੀਜੇਪੀ ਦੇ ਗਰੋ ਕਰਨ ਦੇ ਲਈ। ਤਾਂ ਡਾਕਟਰ ਸਾਹਿਬ, ਅਗਲੀ ਖਬਰ ਜਿਹੜੀ ਸੀ ਜੀ, ਅਗਲੀ ਖਬਰ ਇਹ ਸੀ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਲਗਾਤਾਰ ਪੰਜਾਬ ਸਰਕਾਰ ਨੂੰ, ਉਹ ਖਾਸ ਕਰਕੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਅਕਾਲੀ ਦਲ ਦੇ ਲੀਡਰ ਨੇ, ਉਹ ਘੇਰਦੇ ਆ ਰਹੇ ਨੇ ਰੇਤੇ ਦੇ ਮਸਲੇ ਦੇ ਉੱਤੇ। ਰੇਤੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਮਾਫੀਆ ਚੱਲ ਰਿਹਾ ਹੈ। ਪਰ ਦੂਜੇ ਪਾਸੇ ਮੁੱਖ ਵਿਰੋਧੀ ਧਿਰ ਦੇ ਜਿਹੜੇ ਆਗੂ ਨੇਗੇ, ਭਾਵ ਜੇ ਕਹਿ ਲਈਏ ਉਹਨਾਂ ਦੀ ਕਾਂਗਰਸ, ਪੰਜਾਬ ਕਾਂਗਰਸ ਦੇ ਜਿਹੜੇ ਲੀਡਰ ਨੇਗੇ ਰਾਜਾ ਵੜਿੰਗ, ਉਹ ਕਹਿੰਦੇ ਕਿ ਇਹ ਤਾਂ ਲਿਆਂਦਾ ਹੀ ਜਿਹੜਾ ਹੈ, ਭਾਵ ਉਹ ਮਾਫੀਆ ਜਿਹੜਾ ਉਹ ਅਕਾਲੀ ਦਲ ਨੇ ਲਿਆਂਦਾ। ਹਾਲਾਂਕਿ ਉਹਨਾਂ ਦੇ ਸ਼ਬਦਾਂ ਦੇ ਵਿੱਚ ਭਾਵੇਂ ਸੱਚਾਈ ਵੀ ਹੋਵੇ, ਪਰ ਇੱਕ ਪਾਸੇ ਇਹ ਜਿਹੜੀ ਆ ਉਹ ਧਾਰਨਾ ਬਣ ਰਹੀ ਹੈ ਕਿ ਰਾਜਾ ਵੜਿੰਗ, ਜਿਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਘੇਰਨਾ ਸੀ, ਉਹ ਉਹਨਾਂ ਨੂੰ ਡਿਫੈਂਡ ਕਰਦੇ ਜਿਹੜੇ ਇੱਕ ਤਰ੍ਹਾਂ ਲੱਗ ਰਹੇ ਨੇ। ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਜੀ? ਦੇਖੋ, ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਨੇ ਕਦੀ ਵੀ ਇੱਕ ਸੁਰਤਾ ਦੇ ਨਾਲ ਪੋਲੀਟੀਕਲ ਲੜਾਈ ਜਿਹੜੀ ਆ ਉਹ ਨਹੀਂ ਲੜੀ ਜੀ ਸ਼ੁਰੂ ਤੋਂ ਹੀ। ਜੇਕਰ ਮਾਸਟਰ ਤਾਰਾ ਸਿੰਘ ਦਾ ਜਿਹੜਾ ਸਮਾਂ ਸੀ, ਤੇ ਉਸ ਵੇਲੇ ਵੀ ਗਿਆਨੀ ਕਰਤਾਰ ਸਿੰਘ ਜਾਂ ਦੂਜੇ ਜਿਹੜੇ ਸਨ ਗਰੁੱਪ ਜਿਹੜੇ ਸਨ ਵੱਖਰੇ ਜਿਹੜੇ ਸਨ ਚੱਲ ਰਹੇ ਸਨ। ਉਸ ਤੋਂ ਬਾਅਦ ਹੁਣ ਤੱਕ ਵੀ ਬਾਦਲ ਔਰ ਟੌੜੇ ਦਾ ਜਿਹੜਾ ਸੀ ਉਹ ਝਗੜਾ ਜਿਹੜਾ ਸੀ ਹਮੇਸ਼ਾ ਹੀ ਵੱਖਰੇ ਵਿਊਜ਼ ਦੇ ਨਾਲ ਜਿਹੜਾ ਸੀ ਚੱਲਦਾ। ਇਹ ਗੱਲਾਂ ਜਿਹੜੀਆਂ ਨੇ ਇੰਟਰਨਲ ਜਿਹੜੀਆਂ ਨੇ ਅਕਾਲੀ ਦਲ ਨੂੰ ਕਦੀ ਕਮਜ਼ੋਰ ਨਹੀਂ ਕਰਦੀਆਂ ਤੇ ਅਕਾਲੀ ਦਲ ਨੂੰ ਕਦੀ ਸਟਰੈਂਥਨ ਜਿਹੜੀਆਂ ਨੂੰ ਨਹੀਂ ਕਰਦੀਆਂ। ਹੁਣ ਦੀ ਜਿਹੜੀ ਪੋਲੀਟੀਕਲ ਲੜਾਈ ਦੇ ਵਿੱਚ ਮੈਨੂੰ ਇੰਝ ਲੱਗ ਰਿਹਾ ਹੈ ਕਿ ਨਾ ਅਕਾਲੀ ਦਲ ਨੂੰ, ਨਾ ਆਮ ਆਦਮੀ ਪਾਰਟੀ ਨੂੰ, ਤੇ ਨਾ ਹੀ ਕਾਂਗਰਸ ਨੂੰ ਸਮਝ ਆਉਂਦੀ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਉਹ ਦੁਸ਼ਮਣ ਕਿਹਨੂੰ ਕਰਾਰ ਦੇਣ। ਕਿਉਂਕਿ ਤਿੰਨ ਪਾਰਟੀਆਂ ਆਪਣੇ ਆਪ ਵਿੱਚ, ਆਪ ਬੀਜੇਪੀ, ਆਪ ਅਕਾਲੀ ਦਲ, ਬੀਜੇਪੀ ਨੂੰ ਤਾਂ ਗਿਣਤੀ 'ਚ ਨਾ ਰੱਖੋ, ਆਪ ਅਕਾਲੀ ਦਲ ਔਰ ਕਾਂਗਰਸ, ਇਹ ਤਿੰਨਾਂ ਦੇ ਵਿੱਚ ਜਿਹੜੀ ਹੈ ਕਿੱਥੇ ਬਲੇਮ ਗੇਮ ਸ਼ੁਰੂ ਕਰਕੇ ਕਿਹਨੂੰ ਡਿਸਕਾਰਡ ਕਰਨ ਤੇ ਕਿਹਨੂੰ ਜਿਹੜਾ ਕਰਨ, ਉਹ ਕੰਟਰਾਡਿਕਸ਼ਨ ਜਿਹੜੀਆਂ ਨੇ ਉਹ ਚੱਲਦੀਆਂ ਨੇ। ਪਲੱਸ ਇਹ ਵੀ ਮੰਨ ਕੇ ਚੱਲੀਏ ਕਿ ਸਾਰੀ ਲੀਡਰਸ਼ਿਪ, ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਅੰਦਰ ਜਿਹੜੀਆਂ ਨੇ ਉਹ ਨਿੱਜੀ ਰਿਸ਼ਤੇਦਾਰੀਆਂ, ਨਿੱਜੀ ਭਾਈਚਾਰਾ, ਨਿੱਜੀ ਹਿੱਸੇਦਾਰੀਆਂ ਜਿਹੜੀਆਂ ਨੇ ਉਹ ਵੀ ਰੱਖ ਕੇ ਜਿਹੜੀਆਂ ਨੇ ਚੱਲਦੀਆਂ ਨੇ, ਜਿਸ ਕਰਕੇ ਇਹੋ ਜਿਹੀ ਜਿਹੜੀ ਹੈ ਉਹ ਬਿਖਰੀ ਜਿਹੜੀ ਹੈ ਰਾਜਨੀਤੀ ਜਿਹੜੀ ਚੱਲਦੀ ਹੈ। ਪਰ ਇਹਦਾ ਕੋਈ ਬਹੁਤਾ ਪੋਲੀਟਿਕਸ 'ਤੇ ਪ੍ਰਭਾਵ ਨਹੀਂ। ਇਹ ਗੱਲ ਮੰਨ ਕੇ ਚੱਲੀਏ ਕਿ ਬਿਕਰਮ ਮਜੀਠੀਆ ਨੂੰ ਜੇਕਰ, ਮਤਲਬ ਮੈਂ ਇੱਕ ਪ੍ਰਜ਼ੰਪਸ਼ਨ ਦੇ ਤੌਰ 'ਤੇ ਗੱਲ ਕਰ ਰਿਹਾ, ਬਿਕਰਮ ਮਜੀਠੀਆ ਨੂੰ ਜੇਕਰ ਤੁਸੀਂ ਸਟਰੈਂਥ ਦਿਓਗੇ ਤੇ ਉਹਦੇ ਵਿੱਚ ਇੱਕ ਜਿਹੜੀ ਹੈ ਉਹ ਗਰੁੱਪ ਜਿਹੜਾ ਨਸ਼ਾ ਵਿਰੋਧੀ ਗੱਲ ਕਰਦਾ ਹੈ, ਉਹਨੂੰ ਜਿਹੜਾ ਹੈ ਉਹ ਇੱਕ
ਸਥਾਨ ਜਿਹੜਾ ਪ੍ਰਾਪਤ ਹੋਏਗਾ। ਇਵੇਂ ਹੀ ਜੇਕਰ ਕੱਲ ਨੂੰ ਜਦੋਂ ਸਿੱਧੂ ਬਾਹਰ ਆਉਂਦਾ, ਨਵਜੋਤ ਸਿੱਧੂ, ਜੀ ਤੇ ਉਸ ਵੇਲੇ ਜਿਹੜਾ ਕਿਹਨੂੰ ਕਾਂਗਰਸ ਦੇ ਵਿੱਚ ਜਿਹੜਾ ਅਫੈਕਟ ਕਰਦਾ ਤੇ ਕਿਹਨੂੰ ਆਧਾਰ ਬਣਦਾ ਹੈ, ਤੇ ਮੈਨੂੰ ਇੰਝ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਭਾਵੇਂ ਉਹਨੂੰ ਜੇਲ੍ਹ ਚੋਂ ਛੁੱਟੀ ਨਹੀਂ ਦੇ ਰਹੀ, ਲੇਕਿਨ ਜੇ ਪੁਰਾਣੇ ਆਦਤਾਂ ਮੁਤਾਬਕ ਆ ਕੇ ਫਿਰ ਉਹਨੇ ਬੜਬੋਲਾਪਨ ਵਿਖਾਇਆ ਤੇ ਜਿਹੜੀ ਲੜਾਈ ਜਿਹੜੀ ਹੈ ਇੱਕ ਵੱਖਰੀ ਸ਼ੁਰੂ ਹੋ ਗਈ, ਜਿਹੜੀ ਕਾਂਗਰਸ ਦੀ ਆਪਣੀ ਲੜਾਈ ਹੈ, ਉਹਦੇ ਵਿੱਚ ਅਕਾਲੀਆਂ ਨੂੰ ਜਾਂ ਆਪ ਨੂੰ ਬੈਨੀਫਿਟ ਵੀ ਜਿਹੜਾ ਉਹ ਹੋ ਸਕਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਰੀਆਂ ਗੱਲਾਂ ਫਲੂਇਡ ਨੇ। ਇੱਕ ਪਾਸੇ ਕੁਝ ਪਰਸਨੈਲਿਟੀਜ਼ ਦੇ ਨਾਲ ਰਾਜਨੀਤੀ ਜੁੜੀ ਹੈ, ਇੱਕ ਪਾਸੇ ਆਈਡੀਓਲੋਜੀਕਲ ਰਾਜਨੀਤੀ ਜੁੜੀ ਹੈ, ਇੱਕ ਪਾਸੇ ਜਿਹੜੀ ਹੈ ਅਪਰਚੂਨਿਟੀ ਹੈ ਜੁੜੀ ਹੈ। ਔਰ ਇਸ ਦੇ ਵਿੱਚ ਜੇਕਰ ਬੈਠ ਕੇ ਜਿਵੇਂ ਆਮ ਰਾਜਨੀਤਿਕ ਪਾਰਟੀਆਂ ਕਰਦੀਆਂ ਨੇ ਕਿ ਬੋਲਣ ਤੋਂ ਪਹਿਲਾਂ ਕੋਈ ਡਿਸਕਸ਼ਨ ਹੁੰਦੀ ਹੈ, ਕੋਈ ਡਾਇਰੈਕਸ਼ਨ ਹੁੰਦੀ ਹੈ ਕਿ ਇਸ ਇਸ਼ੂ ਦੇ ਉੱਤੇ ਕੀ ਅਸੀਂ ਲਾਈਨ ਰੱਖਣੀ ਹੈ, ਜਿਹੜੀ ਕਿ ਬੀਜੇਪੀ ਕਾਫੀ ਹੱਦ ਤੱਕ ਜਿਹੜੀ ਹੈ ਉਸ ਨੂੰ ਜਿਹੜਾ ਉਹ ਫਾਲੋ ਕਰ ਸਕਦੀ ਹੈ। ਇਹ ਨਾ ਕਾਂਗਰਸ ਵਿੱਚ ਨਾ ਅਕਾਲੀਆਂ ਵਿੱਚ ਅਜਿਹੀ ਜਿਹੜੀ ਹੈ ਕੋਈ ਗੱਲ ਜਿਹੜੀ ਹੈ ਉਹ ਨਹੀਂ ਹੈ। ਜਿਹਦਾ ਦਿਲ ਆਉਂਦਾ ਉੱਥੇ ਬੋਲਦਾ, ਬਾਅਦ ਭਾਵੇਂ ਨੂੰ ਕੋਈ ਵਿਡਰਾਅ ਕਰ ਲਏ, ਕੋਈ ਨਾਰਾਜ਼ ਹੋ ਜਾਏ, ਕੋਈ ਨਾ ਕਰ ਲਵੇ, ਉਸ ਨੂੰ ਕੋਈ ਸਟ੍ਰੈਟਜੀਕਲ ਦੇ ਤੌਰ ਦੇ ਉੱਤੇ ਸਰਕਾਰ ਦੇ ਮੂਹਰਿਆਂ ਵਕਤ ਰਾਜਨੀਤੀ ਪੰਜਾਬ ਦੇ ਵਿੱਚ ਨਾ ਅਕਾਲੀ ਕਰਦੇ ਨੇ ਨਾ ਕਾਂਗਰਸ ਕਰਦੇ ਨੇ। ਇਲੈਕਸ਼ਨਾਂ ਦੇ ਵੇਲੇ ਫਿਰ ਜਿਹੜੇ ਇਕੱਠੇ ਹੋ ਜਾਂਦੇ ਨੇ, ਪਹਿਲਾਂ ਜਿਹੜਾ ਉਹ ਡੈਮੇਜ ਕੀਤਾ ਹੁੰਦਾ, ਉਹ ਡੈਮੇਜ ਦਾ ਜਿਹੜਾ ਸਾਡੇ ਸਾਹਮਣੇ ਹਾਲਾਤ ਹੈ। ਤੁਸੀਂ ਇਹ ਦੇਖੋ ਕਿ ਅਸੈਂਬਲੀ ਦੇ ਵਿੱਚ ਆਉਣ ਵਾਲਾ ਸੈਸ਼ਨ ਵੀ ਕਲੀਅਰ ਲੱਗਦਾ ਹੈ ਕਿ ਆਪੋਜੀਸ਼ਨ ਦੇ ਵਿੱਚ ਪ੍ਰਤਾਪ ਸਿੰਘ ਬਾਜਵੇ ਦੀ ਅਗਵਾਈ ਦੇ ਵਿੱਚ ਇਹ ਇੱਕ ਟਰਸਟ ਦੇ ਨਾਲ ਥੋੜੇ ਹੋਣ ਦੇ ਬਾਵਜੂਦ ਵੀ ਇੱਕ ਆਪਣਾ ਇੰਪੈਕਟ ਜਿਹੜਾ ਕਿ ਜਿਵੇਂ ਪਿਛਲੇ ਸੈਸ਼ਨ ਦੇ ਵਿੱਚ ਜਿਹੜਾ ਉਹਨਾਂ ਨੇ ਉਹ ਛੱਡਿਆ। ਆਮ ਆਦਮੀ ਪਾਰਟੀ ਕੋਲ ਕੋਈ ਉਹ ਚਿਹਰਾ ਨਹੀਂ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ, ਜਿਹੜਾ ਸੁਖਜਿੰਦਰ ਰੰਧਾਵਾ ਨੂੰ, ਉਹਨਾਂ ਨੂੰ ਜਿਹੜਾ ਉਹ ਕੱਟ ਕਰਕੇ ਮੁਕਾਬਲਾ ਕਰ ਸਕੇ। ਸੋ ਇਹੋ ਜਿਹੀ ਗੱਲਾਂ ਜਿਹੜੀਆਂ ਨੇ ਬਹੁਤ ਛੋਟੀਆਂ ਜਿਹੀਆਂ ਜਿਹੜੀਆਂ ਨੇ ਰਹਿੰਦੀਆਂ ਨੇ ਔਰ ਚਿਰ ਵਕਤੀ ਨਹੀਂ ਰਹਿੰਦੀਆਂ, ਇਹ ਬੜੇ ਥੋੜ੍ਹੇ ਜਿਹੇ ਸਮੇਂ ਲਈ ਹੁੰਦੀਆਂ ਨੇ ਔਰ ਇਹਨਾਂ ਦਾ ਇੰਪੈਕਟ ਜਾਈ ਜਾਂਦਾ। ਇਹ ਖੁੱਲ੍ਹੀ ਵਾਗਡੋਰ ਦਾ ਆਧਾਰ ਜਿਹੜਾ ਹੈ ਅਕਾਲੀ ਔਰ ਕਾਂਗਰਸ ਹੋ ਨੇ, ਇਹ ਚਲੀ ਜਾਏਗਾ ਤੇ ਸ਼ਾਇਦ ਦੋਨਾਂ ਦੀ ਹਾਈ ਕਮਾਂਡ ਬਹੁਤ ਚੈੱਕ ਕਰਨ ਜਾਂ ਸਟ੍ਰੈਟਜੀ ਬਣਾਉਣ ਨੂੰ ਹੱਥ ਚੁਣੀ ਨਹੀਂ ਹੁੰਦੇ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਪਸ ਦੇ ਵਿੱਚ ਜਿਹੜੀਆਂ ਇਕਜੁੱਟ ਜਿਹੜੀਆਂ ਨੇ ਦੋਵੇਂ ਪਾਰਟੀਆਂ ਵਿਰੋਧੀ ਧਿਰਾਂ ਜਿਹੜੀਆਂ ਨਹੀਂ ਹੈਗੀਆਂ, ਜਿਹਦੇ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜਾ ਹਾਲ ਦੀ ਘੜੀ ਜਿਹੜਾ ਇੱਕ ਰਾਹਤ ਜਿਹੜੀ ਜ਼ਰੂਰ ਮਿਲੀ ਹੋਈ ਹੈ। ਹਾਲਾਂਕਿ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਬਣਦਾ ਹੈ ਉਹਦੇ ਉੱਤੇ ਆਪਾਂ ਕੱਲ੍ਹ ਵੀ ਚਰਚਾ ਕਰੀ ਸੀ ਕਿ ਕਾਫੀ ਮੁੱਦੇ ਜਿਹੜੇ ਆ ਉਹ ਪੰਜਾਬ ਦੇ ਵਿਰੋਧੀ ਧਿਰਾਂ ਦੇ ਕੋਲ ਸਰਕਾਰ ਨੂੰ ਘੇਰਦੇ ਲਈ ਹੈਗੇ ਨੇ, ਤੇ ਨਾ ਹੀ ਸਰਕਾਰ ਦੇ ਕੋਲ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਕੋਈ ਜਿਹੜੇ ਆ ਉਹ ਵੱਡੇ ਬੋਲਣ ਵਾਲੇ ਲੀਡਰ ਜਿਹੜੇ ਆ ਨਾ ਉਹ ਹੈਗੇ ਨੇ। ਪਰ ਜੇਕਰ ਇਕਜੁੱਟਤਾ ਜਿਹੜੀ ਹੈ ਦੋਵੇਂ ਭਾਵ ਅੰਦਰੂਨੀ ਜਿਹੜੀ ਆ ਪਾਰਟੀਆਂ ਦੀ ਜੇਕਰ ਦਿਖਾਈ ਜਾਵੇ ਤਾਂ ਸਰਕਾਰ ਨੂੰ ਭਾਵੇਂ ਜਿਹੜੇ ਗਿਣਤੀ ਦੇ ਵਿੱਚ ਘੱਟ ਨੇ ਪਰ ਉਹ ਘੇਰਨ ਦੇ ਲਈ ਮੁੱਦੇ ਜਿਹੜੇ ਆ ਬਹੁਤ ਜ਼ਰੂਰ ਹੈਗੇ ਨੇ। ਤਾਂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ। ਸ਼ੁਕਰੀਆ ਜੀ ਕਿ ਤੁਸੀਂ ਇਹ ਮੌਕਾ ਦਿੱਤਾ ਗੱਲ ਕਰਨ ਦਾ। ਜੀ ਤਾਂ ਇਹ ਸਨ ਪੰਜਾਬ ਦੀ ਸਿਆਸਤ ਨਾਲ ਜੁੜੇ ਕੁਝ ਮੁੱਦੇ ਜਿਨ੍ਹਾਂ ਦੇ ਉੱਤੇ ਚਰਚਾ ਅਸੀਂ ਕੀਤੀ ਹੈ। ਚਰਚਾ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਿਹੜੀ ਆ ਉਹ ਜ਼ਰੂਰ ਦੇ ਸਕਦੇ ਹੋ। ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ।